ਸਤਨਾਮ ਵਾਹਿਗੁਰੂ ਸਾਹਿਬ ਜੀ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਆਹੜ ਦਾਮ ਕੋਸ਼ੀ ਪਰੋ ਹੋਇਓ ਲਾਖੀਣਾ। ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਿਓ ਜਿਉ ਸਮਾਨਾ। ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ। ਕਾਹੇ ਛਿਪਹੁ ਛਾਏ ਲੈ ਰਾਮ ਨ ਲਾਵਹੁ ਚੀਤ। ਨਾਮਾ ਕਹਿ ਤਿਲੋਚਨਾ ਮੁਖ ਤੇ ਰਾਮ ਸੰਭਾਲ। ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ। ਪਤਿਤ ਪਵਿੱਤ ਭਏ ਰਾਮ ਕਹਿਤ ਹੀ। ਮੋਹ ਕੋ ਤੂੰ ਨਾ ਵਿਸਾਰ ਤੂੰ ਨਾ ਵਿਸਾਰ ਤੂੰ ਨਾ ਵਿਸਾਰੇ ਰਾਮਈਆ। ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ। ਮਾਇਆ ਚਿਤਰ ਵਿਚਿਤਰ ਵਿਮੋਹਿਤ ਬਿਰਲਾ ਬੂਝੈ ਕੋਈ। ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ। ਓਤ ਪੋਤ ਪ੍ਰਭ ਸੋਈ। ਬੇਸੁਮਾਰ ਅਥਾਹ ਅਗਨਤ ਤੋਲੇ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਸੰਤ ਨ ਛਾਡੈ ਸੰਤਈ। ਜੋ ਕੋਟਿਕ ਮਿਲਹਿ ਅਸੰਤ। ਮਲਿਆਗੁਰ ਭੁਯੰਗਮ ਬਿਹਡਿਓ ਤਾ ਸੀਤਲਤਾ ਨ ਤਜੰਤ। ਮਲਿਆਗੁਰ ਭੁਯੰਗਮ ਬਿਹਡਿਓ ਤਾ ਸੀਤਲਤਾ ਨ ਤਜੰਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ
ਕਿਰਪਾ ਨਿਧ ਦਇਆ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਜਿਨ੍ਹਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਆਪ ਸਭ ਗੁਰਸਿੱਖ ਸਤਸੰਗੀ ਜਨ ਸਤਿਗੁਰੂ ਕੀ ਰਹਿਮਤ ਦੇ ਪਾਤਰ ਬਣਦਿਆਂ ਭਗਤ ਸਾਹਿਬ ਭਗਤ ਨਾਮਦੇਵ ਜੀ, ਜਿਨ੍ਹਾਂ ਦੀ ਬਾਬਤ ਸਤਿਗੁਰਾਂ ਦੇ ਵਾਕ ਹਨ, ਆਡ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ, ਜਾਂ ਵਾਕ ਹਨ, ਗੁਰ ਉਪਦੇਸ਼ ਸਾਧ ਕੀ ਸੰਗਤ, ਭਗਤ ਭਗਤ ਤਾ ਕੋ ਨਾਮ ਪਰਿਓ, ਜਿਉ ਜਿਉ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਐਸੇ ਭਗਤ ਸਹਿਬਾਨ ਭਗਤ ਨਾਮਦੇਵ ਜੀ ਦੇ 750 ਸਾਲਾ ਆਗਮਨ ਦਿਵਸ ਨੂੰ ਮਨਾਉਂਦਿਆਂ ਹੋਇਆਂ ਆਪ ਜੀ ਸਤਸੰਗਤ ਰੂਪ ਵਿੱਚ ਗੁਰੂ ਕੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਹੋ ਜੀ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸਲੋਕਾਂ ਦੀ ਵਿਚਾਰ ਵਿਆਖਿਆ ਸ਼ਰਵਣ ਕਰ ਰਹੇ ਸੀ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਸੰਤ ਨ ਛਾਡੈ ਸੰਤਈ, ਜੋ ਕੋਟਿਕ ਮਿਲਹਿ ਅਸੰਤ। ਭਗਤ ਕਬੀਰ ਸਾਹਿਬ ਜੀ ਲੜੀਵਾਰ ਸਲੋਕਾਂ ਦੇ ਅੰਤਰਗਤ ਇਸ ਤੋਂ ਪਹਿਲੇ ਸਲੋਕ ਵਿੱਚ ਬਖਸ਼ਿਸ਼ ਕਰਕੇ ਨਵਾਜਿਆ ਸੀ, ਕਬੀਰ ਸੰਸਾਰ ਦੂਰ ਕਰ। ਜਦੋਂ ਮਨੁੱਖ ਸੰਸਾਰ ਅਤੇ ਮਾਇਆ ਦੇ ਪ੍ਰਪੰਚ ਦੇ ਸੰਪਰਕ ਵਿੱਚ ਆਉਂਦਾ ਹੈ ਅਤੇ ਜੀਵਨ ਦੇ ਵਿੱਚ ਸੰਸੇ, ਤੌਖਲੇ, ਦੁਬਿਧਾਵਾਂ, ਸ਼ੰਕੇ, ਇਹ ਸਾਰਾ ਕੁਝ ਮਨੁੱਖ ਦੇ ਮਨ ਅੰਦਰ ਉਪਜਦਾ ਹੈ ਅਤੇ ਇਹਨਾਂ ਨੂੰ ਨਿਵਾਰਨ ਦਾ ਇੱਕੋ ਢੰਗ ਹੈ ਕਿ ਮਨੁੱਖ ਗਿਆਨ ਦੇ ਮਾਰਗ ਨੂੰ ਧਾਰਨ ਕਰ ਲਵੇ। ਗਿਆਨ ਦੇ ਮਾਰਗ ਨੂੰ ਧਾਰਨ ਕਰਨ ਦੇ ਨਾਲ ਜਿਹੜੀ ਕਿਸੇ ਵਰਤਾਰੇ ਦੀ ਅਸਲ ਸੱਚ ਵਾਲੀ ਸਥਿਤੀ ਹੈ ਉਹ ਸਮਝ ਵਿੱਚ ਆ ਜਾਂਦੀ ਹੈ ਅਤੇ ਮਨੁੱਖ ਸੰਸੇ ਦੇ ਵਿੱਚ, ਦੁਬਿਧਾ ਦੇ ਵਿੱਚ ਭਟਕਣ ਦੀ ਬਜਾਏ ਆਪਣੇ ਗੁਰੂ ਸ਼ਬਦ ਦੀ ਗਿਆਨ ਦੇ ਭਾਵ ਨਾਲ ਇੱਕ ਠੀਕ ਮਾਰਗ ਨੂੰ ਚੁਣ ਲੈਂਦਾ ਹੈ ਅਤੇ ਉਹਦੀ ਸਾਧਨਾ ਕਰਦਿਆਂ ਕਰਦਿਆਂ ਉਹਦਾ ਜੀਵਨ ਸਫਲ ਹੋ ਜਾਂਦਾ ਹੈ। ਅਤੇ ਭਗਤ ਕਬੀਰ ਸਾਹਿਬ ਜੀ ਨੇ ਸਾਧਨਾ ਦੇ ਲਈ ਇੱਕ ਸਾਨੂੰ ਉੱਤਮ ਉਪਦੇਸ਼ ਬਖਸ਼ਿਸ਼ ਕੀਤਾ ਸੀ, 52 ਅੱਖਰ ਸੋਧਕ ਹੈ, ਕਿ ਜੋ ਅੱਖਰ ਗਿਆਨ ਹੈ ਇਹ ਅਤੀ ਉੱਤਮ ਚੀਜ਼ ਹੈ। ਅਤੇ ਅੱਖਰ ਦੇ ਭੇਦ ਨੂੰ ਬੁੱਝ ਕੇ, ਜਿਵੇਂ ਇਹਦਾ ਪ੍ਰਮਾਣ ਇਸ ਤਰ੍ਹਾਂ ਕਿ ਪਿਛਲੇ ਸਮੇਂ ਦੇ ਵਿੱਚ ਲੋਕਾਂ ਨੂੰ ਅਧਿਆਤਮਿਕ ਗਿਣਤੀ ਯਾਦ ਹੁੰਦੀ ਸੀ। 1 ਅਕਾਲ ਪੁਰਖ, 2 ਨਿਰਗੁਣ ਅਤੇ ਸਰਗੁਣ, 3 ਮਾਇਆ ਦੇ ਗੁਣ, 4 ਇਸ ਤਰ੍ਹਾਂ 4 ਖਾਣੀਆਂ, 5 ਤੱਤ, ਅੱਗੇ 6, ਇਸ ਤਰ੍ਹਾਂ ਸਾਰਾ ਸਿਲਸਿਲਾ ਚੱਲਦਾ ਸੀ। ਬਹੁਤ ਗਿਣਤੀ ਯਾਦ ਹੁੰਦੀ ਸੀ ਲੋਕਾਂ ਨੂੰ। ਤਾਂ ਉਹਦਾ ਭਾਵ ਸੀ ਕਿ ਅੱਖਰਾਂ ਦੀ ਗਿਣਤੀ ਦੇ ਲੰਬੇ ਸਿਲਸਿਲੇ 'ਚ ਨਾ ਪੈ, ਅੱਖਰਾਂ ਦੇ ਭੇਦ ਨੂੰ ਬੁੱਝਣ ਦਾ ਯਤਨ ਕਰ। ਤੇਰੇ ਸਾਹਮਣੇ 2 ਸ਼ਬਦ ਆਵੇ, ਤੇਰੀ ਅਧਿਆਤਮਿਕਤਾ ਜਾਗੇ ਕਿ ਮਾਲਕ ਦੇ 2 ਰੂਪ ਨੇ, ਨਿਰਗੁਣ ਅਤੇ ਸਰਗੁਣ। ਇਸੇ ਤਰ੍ਹਾਂ 9 ਦੀ ਗਿਣਤੀ ਆਵੇ, ਸਰੀਰ ਦੇ 9 ਦਰਵਾਜ਼ੇ ਨੇ। 10 ਦੀ ਗਿਣਤੀ ਆਵੇ, 5 ਗਿਆਨ ਇੰਦਰੇ, 5 ਕਰਮ ਇੰਦਰੇ ਨੇ। ਇਸ ਕਰਕੇ 52 ਅੱਖਰ ਸੋਧਕ ਹੈ ਕਿ ਜਿੰਨੀ ਵੀ ਅੱਖਰ ਗਿਆਨ ਹੈ ਉਹਨੂੰ ਰਟਣ ਦਾ ਜਾਂ ਉਹਨੂੰ ਯਾਦ ਕਰਨ ਦਾ ਹਿੱਸਾ ਨਾ, ਉਹਨੂੰ ਬੁੱਝਣ ਦਾ ਵਿਸ਼ਾ ਬਣਾ ਕੇ ਅਤੇ ਆਪਣਾ ਜਿਹੜਾ ਚਿੱਤ ਹੈ ਗੁਰੂ ਸ਼ਬਦ ਨਾਲ, ਗੁਰੂ ਚਰਨ ਨਾਲ ਜੋੜਨ ਦੀ ਜਿਹੜਾ ਯਤਨ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਸੰਤ ਨ ਛਾਡੈ ਸੰਤਈ, ਜੋ ਕੋਟਿਕ ਮਿਲਹਿ ਅਸੰਤ। ਦੁਨੀਆ ਦੇ ਵਿੱਚ ਹਰੇਕ ਵਸਤ ਦਾ ਇੱਕ ਆਪਣਾ ਮੂਲ ਸੁਭਾਅ, ਇੱਕ ਆਪਣਾ ਮੂਲ ਪ੍ਰਭਾਵ ਹੈ। ਕਿਤਨੀ ਵਾਰੀ ਵੀ ਉਹ ਚੀਜ਼ਾਂ ਦੇ ਸੰਪਰਕ ਵਿੱਚ ਕਿਉਂ ਨਾ ਆਵੇ, ਆਪਣਾ ਮੂਲ ਸੁਭਾਅ ਨਹੀਂ ਤਿਆਗਦਾ। ਬਾਣੀ 'ਚ ਪ੍ਰਮਾਣ ਨੇ, ਸਾਪ ਕੁੰਚ ਛੋਡੈ ਬਿਖ ਨਹੀਂ ਛਾਡੈ। ਉਹ ਆਪਣੀ ਕੁੰਜ ਲਾਹ ਦਿੰਦਾ ਹੈ। ਬੜੀ ਮੁਸ਼ਕਿਲ ਹੁੰਦੀ ਹੈ ਸੱਪ ਨੂੰ ਕੁੰਜ ਉਤਾਰਨ ਲੱਗਿਆਂ,
ਪਰ ਇਹਦਾ ਮਤਲਬ ਇਹ ਨਹੀਂ ਕਿ ਉਹਨੇ ਕੁੰਜ ਉਤਾਰ ਦਿੱਤੀ ਤੇ ਜ਼ਹਿਰ ਵੀ ਛੱਡ ਦਿੱਤੀ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਅੱਜ ਦੇ ਪਾਵਨ ਸ਼ਲੋਕ ਦੁਆਰਾ ਬਖਸ਼ਿਸ਼ ਕਰਦੇ ਹਨ, ਕਿਵੇਂ ਸੰਸਾਰ ਦੀ ਹਰੇਕ ਚੀਜ਼ ਆਪਣਾ ਮੂਲ ਸੁਭਾਅ ਜਿਹੜਾ ਕੁਦਰਤੀ ਉਹਨੂੰ ਮਿਲਿਆ ਹੋਇਆ ਉਹ ਨਹੀਂ ਛੱਡਦੀ। ਜਿਵੇਂ ਸੱਪ ਦਾ ਹੈ ਜ਼ਹਿਰ ਬਣ ਜਾਂਦਾ ਹੈ, ਇੰਝ ਹੀ ਹਰੇਕ ਚੀਜ਼ ਦਾ ਮੂਲ ਸੁਭਾਅ। ਕਿਸੇ ਦੀ ਗੱਲ ਕਰ ਲਓ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਧਰਤੀ 'ਤੇ ਜਿਹੜੇ ਬੰਦਗੀ, ਗਿਆਨ ਅਤੇ ਨਾਮ ਸਿਮਰਨ ਦੇ ਅਭਿਆਸ ਨਾਲ ਧਰਮ ਦੀ ਸਮੁੱਚੀ ਕਰਮਸ਼ੀਲਤਾ ਨੂੰ ਕਮਾ ਕੇ ਸਬਰ, ਸੰਤੋਖ, ਤਿਆਗ, ਵੈਰਾਗ, ਪਰਉਪਕਾਰ, ਦਇਆ, ਖਿਮਾ, ਇਹਨਾਂ ਸਾਰੇ ਗੁਣਾਂ ਦੀ ਵੱਡੀ ਮੂਰਤ ਬਣ ਚੁੱਕੇ ਸੰਤ ਹਨ, ਜਿਨ੍ਹਾਂ ਨੂੰ ਗੁਰਬਾਣੀ 'ਚ ਸੰਤ ਸ਼ਬਦ ਕਿਹਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਵੀ ਆਪਣਾ ਮੂਲ ਸੁਭਾਅ ਨਹੀਂ ਛੱਡਦੇ। ਜੋ ਕੋਟਿਕ ਮਿਲਹਿ ਅਸੰਤ, ਭਾਵੇਂ ਉਹਨਾਂ ਨੂੰ ਕਰੋੜਾਂ ਅਸੰਤ ਬੰਦੇ ਉਹਨਾਂ ਦੇ ਉਸ ਧਰਮ ਦੇ ਬਣੇ ਹੋਏ ਅਭਿਆਸ ਤੋਂ, ਉਹਨਾਂ ਦੇ ਜੀਵਨ ਦੀ ਉੱਚ ਮਰਜ਼ਾਦਾ ਤੋਂ, ਉਹਨਾਂ ਦੀ ਸੁਰਤ ਦੀ ਉਚਾਈ ਤੋਂ ਡਲਾਉਣ ਦਾ ਭਾਵੇਂ ਲੱਖਾਂ ਦਫਾ ਯਤਨ ਕਰਨ, ਪਰ ਉਹ ਸੰਤ ਜਿਹੜੇ ਪੁਰਖ ਹਨ ਕਦੀ ਆਪਣਾ ਸੁਭਾਅ ਨਹੀਂ ਡਲਾਉਂਦੇ। ਅੱਗੇ ਆਖਦੇ ਹਨ, ਮਲਿਆਗਰ ਭੁਯੰਗਮ ਬੇਡਿਓ ਤਾਂ ਸੀਤਲਤਾ ਨਾ ਤਜੰਤ, ਭਾਵੇਂ ਚੰਦਨ ਹਜ਼ਾਰਾਂ ਸੱਪਾਂ ਦੇ ਨਾਲ ਘਿਰਿਆ ਹੋਵੇ ਪਰ ਉਹ ਫਿਰ ਵੀ ਉਹਨਾਂ ਨੂੰ ਸੱਪ ਆਪਣੀ ਜ਼ਹਿਰ ਛੱਡਦੇ ਨੇ ਫੁੰਕਾਰੇ ਮਾਰ ਕੇ, ਪਰ ਫਿਰ ਵੀ ਉਹ ਆਪਣੇ ਲਿਪਟੇ ਹੋਣ ਦੇ ਨਾਲ ਚੰਦਨ ਜਿਹੜਾ ਹੈ ਉਹਨਾਂ ਨੂੰ ਠੰਡਕ ਪਹੁੰਚਾਉਂਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਤਾਂ ਸੀਤਲਤਾ, ਸੀਤਲਤਾ ਦਾ ਭਾਵ ਜਿਹੜੀ ਉਹਦੇ ਅੰਦਰ ਠੰਡਕ ਹੈ, ਜਿਹੜਾ ਉਹਦੇ ਅੰਦਰ ਇੱਕ ਠੰਡ ਰੂਪ ਸਕੂਨ ਪਹੁੰਚਾਉਣ ਦਾ ਇੱਕ ਸਮਰੱਥਾ ਹੈ, ਨਾ ਤਜੰਤ, ਉਹ ਕਦੀ ਨਹੀਂ ਛੱਡਦਾ ਹੈ। ਹੁਣ ਇਸ ਸ਼ਲੋਕ ਨੂੰ ਸ਼ਬਦ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ। ਭਗਤ ਕਬੀਰ ਸਾਹਿਬ ਜੀ ਨੇ ਪਹਿਲਾ ਸ਼ਬਦ ਵਰਤਿਆ, ਸੰਤ ਨਾ ਛੱਡੈ ਸੰਤਈ। ਸੰਤ ਦੀ ਸੰਤਾਈ ਜਾਂ ਸੰਤਤਾਈ ਕੀ ਹੁੰਦੀ ਹੈ, ਇਸ ਸੰਬੰਧ ਵਿੱਚ ਥੋੜ੍ਹਾ ਆਪਦੇ ਸਨਮੁਖ ਅਰਜ਼ ਕਰਦੇ ਹਾਂ। ਸੱਪ ਦਾ ਮੂਲ ਸੁਭਾਅ ਹੈ ਜ਼ਹਿਰ, ਬਿੱਛੂ ਦਾ ਮੂਲ ਸੁਭਾਅ ਹੈ ਡੰਗ ਮਾਰਨਾ, ਹੋਰ ਚੀਜ਼ਾਂ ਦੇ ਮੂਲ ਸੁਭਾਅ ਨੇ। ਇੰਝ ਸੰਤ ਜਦੋਂ ਆਪਣੇ ਗਿਆਨ, ਆਪਣੀ ਬੰਦਗੀ ਦੇ ਅਭਿਆਸ ਨਾਲ ਆਪਣੇ ਮਨ ਦੇ ਵਿੱਚੋਂ ਮਾਇਆ ਦੀ ਸਗਲ ਬਿੱਖ ਨੂੰ ਉਤਾਰ ਦਿੰਦਾ ਹੈ। ਮਾਇਆ ਦੀ ਸਗਲ ਬਿੱਖ ਦਾ ਭਾਵ ਉਹਦੇ ਅੰਦਰੋਂ ਪੰਜਾਂ ਵਿਕਾਰਾਂ ਦੀ ਮੈਲ, ਦਵੈਸ਼, ਈਰਖਾ, ਤ੍ਰਿਸ਼ਨਾ, ਵਾਸ਼ਨਾ, ਭਾਵ ਕਿ ਮਾਇਆ ਦੀ ਜਿਤਨੀ ਸਗਲੀ ਬਿੱਖ ਹੈ, ਜਦੋਂ ਆਪਣੇ ਗਿਆਨ ਅਤੇ ਸ਼ਬਦ ਦੇ ਅਭਿਆਸ ਨਾਲ ਉਤਾਰ ਲੈਂਦਾ ਹੈ ਅਤੇ ਉਹਦੀ ਜਿਹੜੀ ਦੇਹ ਹੈ ਉਹਨੂੰ ਸਪਿਰਚੁਅਲ ਪਿਉਰੀਫਾਇਰ ਬਾਡੀ ਕਹਿੰਦੇ ਨੇ। ਸਾਡੀ ਬਾਡੀ ਦੇ ਵਿੱਚ ਮਨ ਦਾ, ਹੋਰ ਚੀਜ਼ਾਂ ਦੇ ਬੜੇ ਦਖਲ ਨੇ। ਜਿਹੜੀ ਸੰਤ ਦੀ ਦੇਹ ਹੈ ਉਹ ਸਪਿਰਚੁਅਲ ਪਿਉਰੀਫਾਇਰ ਬਾਡੀ ਹੁੰਦੀ ਹੈ, ਭਾਵ ਕਿ ਦੂਜਿਆਂ ਨੂੰ ਪਵਿੱਤਰ ਕਰਨ ਦੇ ਸਮਰੱਥ ਹੈ। ਇਸ ਕਰਕੇ ਜਦੋਂ ਆਪਣੇ ਗਿਆਨ ਦੇ ਅਭਿਆਸ ਨਾਲ ਮਾਇਆ ਦੀ ਸਗਲੀ ਬਿੱਖ ਨੂੰ ਉਤਾਰ ਦਿੰਦਾ ਹੈ, ਫਿਰ ਉਹਦਾ ਜਿਹੜੀ ਦੇਹ ਹੈ ਉਹ ਅੰਮ੍ਰਿਤਮਈ ਹੋ ਜਾਂਦੀ ਹੈ। ਅੰਮ੍ਰਿਤਮਈ ਹੋਣ ਦਾ ਭਾਵ ਕਿ ਹੁਣ ਉਹਦੇ ਅੰਦਰ ਜਿਹੜਾ ਮਨ ਦਾ ਸੰਸਾਰ ਹੈ, ਸਾਡਾ ਜਿਹੜਾ ਮਨ ਦਾ ਸੰਸਾਰ ਹੈ ਸੰਸਾਰੀਆਂ ਦਾ, ਉਹਦੇ ਵਿੱਚ ਵਿਕਾਰਾਂ ਦੇ, ਮਾਇਆ ਦੇ ਫੁਰਨੇ ਹਨ। ਜਿਹੜਾ ਸੰਤ ਦਾ ਦੇਹ ਹੈ, ਸੰਤ ਦੀ ਦੇਹ ਦੇ ਅੰਦਰ ਜਿਹੜਾ ਉਹਦਾ ਮਨ ਹੈ, ਜਿਸ ਮਨ ਨੂੰ ਉਹਨੇ ਪੂਰਨ ਤਰੀਕੇ ਨਾਲ ਸਾਧਿਆ ਹੋਇਆ ਹੈ, ਉਸ ਮਨ ਦੇ ਵਿੱਚ ਜਿਹੜਾ ਉਹਦਾ ਵਰਲਡ ਹੈ ਉਹ ਕੀ ਹੈ, ਉਹਦੇ ਵਿੱਚ ਦਇਆ ਪ੍ਰਵਾਹਿਤ ਹੁੰਦੀ ਹੈ। ਅਤੇ ਇਸ ਕਰਕੇ ਵਾਕ ਆਉਂਦਾ ਨਾ, ਬ੍ਰਹਮ ਗਿਆਨੀ ਪਰਉਪਕਾਰ ਉਮਾਹਾ, ਕਿ ਆਪਣੀ ਦੇਹ ਨੂੰ ਅੰਮ੍ਰਿਤਮਈ ਬਣਾ ਲਿਆ ਹੈ। ਉਸ ਦੇਹ ਦੇ ਅੰਮ੍ਰਿਤਮਈ ਵਰਤਾਰੇ ਨਾਲ ਸੰਤ ਜੋ ਕੁਝ ਵੀ ਕਰਦਾ ਹੈ ਉਹ ਧਰਤੀ 'ਤੇ ਅੰਮ੍ਰਿਤ ਹੀ ਹੋ ਜਾਂਦਾ ਹੈ। ਇੱਕ ਦੋ ਪ੍ਰਮਾਣ ਆਪਦੇ ਸਨਮੁਖ ਰੱਖਦੇ ਹਾਂ ਕਿ ਸੰਤ ਦੀ ਦੇਹ ਮਤਲਬ ਹਰ ਵੇਲੇ ਅੰਮ੍ਰਿਤ ਹੁੰਦੀ ਹੈ। ਉਹ ਕਿਵੇਂ ਹੁੰਦੀ ਹੈ, ਇਸ ਗੱਲ ਦੀ ਸਮਝ ਲਈ ਇੱਕ ਛੋਟਾ ਜਿਹਾ ਪ੍ਰਮਾਣ ਆਪਦੇ ਸਨਮੁਖ ਰੱਖਦੇ। ਕਿਸੇ ਦਫਾ ਕਿਸੇ ਜਗ੍ਹਾ 'ਤੇ ਕੋਈ ਇੱਕ ਭੇਡਾਂ ਚੁਰਾ ਰਿਹਾ ਸੀ ਬੰਦਾ, ਬੋਲਾ ਸੀ, ਭੇਡਾਂ ਚਰਾ ਰਿਹਾ ਸੀ ਅਤੇ ਅਚਾਨਕ ਉਹਨੂੰ ਭੋਜਨ ਦੀ ਭੁੱਖ ਲੱਗੀ। ਘਰ ਜਾਣਾ ਸੀ, ਭੋਜਨ ਲਿਆ ਨਾ ਸਕਿਆ। ਨੇੜੇ ਇੱਕ ਲੱਕੜਹਾਰਾ ਲੱਕੜਾਂ ਕੱਟ ਰਿਹਾ ਸੀ, ਤਾਂ ਉਹ ਉਹਨੂੰ ਕਹਿ ਗਿਆ ਕਿ ਮੇਰੀਆਂ ਭੇਡਾਂ ਦੀ ਰਾਖੀ ਕਰੀ, ਮੈਂ ਜਲਦੀ ਆਇਆ। ਜਿਹੜਾ ਲੱਕੜਾਂ ਕੱਟਣ ਵਾਲਾ ਸੀ ਉਹ ਬੋਲਾ ਸੀ, ਕੰਨਾਂ ਤੋਂ ਸੁਣਦਾ ਨਹੀਂ ਸੀ। ਉਹਨੇ ਇਸ਼ਾਰੇ ਨਾਲ ਕਿਤੇ ਕਹਿਤਾ ਜਾ ਜਾ, ਅਤੇ ਉਹਨੇ ਸਮਝਿਆ ਵੀ ਭੇਡਾਂ ਚਰਾਉਣ ਵਾਲੇ ਨੇ ਕਿ ਕਹਿੰਦਾ ਕੋਈ ਨਾ ਮੈਂ ਧਿਆਨ ਰੱਖੂ, ਤੂੰ ਜਾ ਆ। ਉਹ ਭੋਜਨ ਖਾ ਕੇ ਵਾਪਸ ਆ ਗਿਆ, ਭੇਡਾਂ ਪੂਰੀਆਂ ਨੇ। ਬੜਾ ਧੰਨਵਾਦ ਕੀਤਾ ਕਿ ਇਹਨੇ ਮੇਰੀਆਂ ਭੇਡਾਂ ਦੀ ਰਾਖੀ ਕੀਤੀ। ਇੱਕ ਲੰਗੜੀ ਭੇਡ ਸੀ, ਉਹਨੇ ਉਸ ਨੂੰ ਦੇ ਦਿੱਤੀ, ਲੈ ਕੇ ਉਹਦੇ ਕੋਲ ਚਲ ਗਿਆ ਲੱਕੜਹਾਰੇ ਕੋਲ।
ਤੇ ਲੱਕੜਹਾਰੇ ਦਾ ਧੰਨਵਾਦ ਕਰਨ ਦੇ ਲਈ ਕਿ ਤੂੰ ਚਲੋ ਮੈਨੂੰ ਦਿੱਤੀ ਹੈ, ਮੈਂ ਤੇਰਾ ਧੰਨਵਾਦ ਨਹੀਂ ਤੇ ਮੇਰਾ ਸਾਰਾ ਜਿਹੜਾ ਉੱਜੜ ਜਾਂਦਾ। ਉਹ ਲੱਕੜਹਾਰਾ ਬੋਲਾ ਸੀ, ਉਹਨੂੰ ਇਹ ਸਮਝ ਪਵੇ ਕਿ ਇਹ ਭੇਡਾਂ ਵਾਲਾ ਕਹਿੰਦਾ ਤੂੰ ਮੇਰੀ ਭੇਡ ਦੀ ਲੱਤ ਕੱਟ ਦਿੱਤੀ, ਇਸ ਕਰਕੇ ਮੈਂ ਤੇਰੇ 'ਤੇ ਦੋਸ਼ ਲਗਾਉਣਾ, ਇਹ ਦੋਸ਼ ਲਗਾ ਰਿਹਾ। ਇਹ ਗੱਲ ਨੂੰ ਸੁਣ ਕੇ ਉਹਨਾਂ ਦੇ ਵਿੱਚ ਰੌਲਾ ਪੈ ਗਿਆ। ਇਤਨੇ ਨੂੰ ਇੱਕ ਚੋਰ ਕਿਸੇ ਦੀ ਘੋੜੀ ਚੁਰਾ ਕੇ ਲਿਆ ਰਿਹਾ ਸੀ, ਉਹਨਾਂ ਦੋਵਾਂ ਨੇ ਉਹਨੂੰ ਰੋਕ ਲਿਆ। ਉਹ ਕਰੀ ਜਾਣ ਵੀ ਉਹ ਇੱਕ ਦੂਜੇ ਦੀ ਤਰਫ ਇਸ਼ਾਰਾ ਕਰਨ ਅਤੇ ਭੇਡ ਦੀ ਲੱਤ ਵੱਲ ਕਰਨ ਕਿ ਵੱਡੀ ਹੋਈ ਹੈ। ਤਾਂ ਉਹ ਚੋਰ ਨੂੰ ਵੀ, ਕਿਉਂਕਿ ਚੋਰ ਸੀ, ਉਹਨੂੰ ਡਰ ਲੱਗੇ ਵੀ ਇਹ ਕਹਿ ਰਹੇ ਨੇ ਕਿ ਜਿਵੇਂ ਭੇਡ ਦੀ ਲੱਤ ਵੱਡੀ ਹੋਈ ਉਵੇਂ ਅਸੀਂ ਤੇਰੀ ਵੜ ਦੇਣੀ ਹੈ। ਉਹ ਦੋਵਾਂ ਤਿੰਨਾਂ ਦੇ ਅੰਦਰ ਡਰ ਬਣ ਗਿਆ, ਤਿੰਨੇ ਆਪਸ ਦੇ ਵਿੱਚ ਉਲਝ ਰਹੇ ਸਨ। ਹੁਣ ਨੇੜੇ ਇੱਕ ਸੰਤ ਪੁਰਖ ਲੰਘ ਰਿਹਾ ਸੀ, ਉਹਨੂੰ ਰੋਕ ਲਿਆ। ਹੁਣ ਉਸ ਸੰਤ ਪੁਰਖ ਨੂੰ ਉਹਦੇ ਵਿੱਚ ਚੋਰ ਨੇ, ਭੇਡਾਂ ਵਾਲੇ ਨੇ ਕਿਹਾ ਕਿ ਸਾਡਾ ਝਗੜਾ ਬਣ ਗਿਆ, ਇਹਦਾ ਨਿਵਾਰਨ ਕਰ। ਹੁਣ ਉਹ ਸੰਤ ਪੁਰਖ ਨੇ ਮੌਨ ਅਭਿਆਸ ਦਾ ਇੱਕ ਪ੍ਰਣ ਲਿਆ ਹੋਇਆ ਸੀ, ਅਤੇ ਮੌਨ ਅਭਿਆਸ ਪਖੰਡ ਨਹੀਂ ਹੁੰਦਾ, ਇਹਦੇ ਵਿੱਚ ਬੜੀ ਉੱਚੀ ਅਧਿਆਤਮਿਕਤਾ ਹੁੰਦੀ ਹੈ। ਤਾਂ ਜਿਹੜਾ ਗੁਰੂ ਸਾਹਿਬਾਨਾਂ ਨੇ ਜਿੱਥੇ ਉਹਦਾ ਨਿਸ਼ੇਧ ਕੀਤਾ ਉਹਦੇ ਅਰਥ ਕੁਝ ਹੋਰ ਨੇ। ਉਹਦਾ ਅਰਥ ਹੈ ਕਿ ਜਿਹੜੇ ਜਾਣ ਬੁੱਝ ਕੇ ਕਰਦੇ ਨੇ, ਜਿਨ੍ਹਾਂ ਨੇ ਆਪਣੀ ਸਹਿਜ ਅਵਸਥਾ ਵਿੱਚੋਂ ਧਾਰਿਆ, ਉਹਨਾਂ ਦੀ ਕਮਾਲ ਹੈ। ਹੁਣ ਉਹ ਸੰਤ ਨੇ, ਪੁਰਖ ਨੇ ਧਾਰਨ ਕੀਤਾ ਸੀ ਕਿ ਮੈਂ ਬੋਲਣਾ ਨਹੀਂ। ਹੁਣ ਕਰੇ ਕੀ, ਸਮੱਸਿਆ ਵੀ, ਜੇ ਸਮੱਸਿਆ ਹੱਲ ਨਹੀਂ ਕਰਦਾ ਤਾਂ ਕੋਈ ਨਾ ਕੋਈ ਉਪਦਰਵ ਹੋ ਜਾਏਗਾ। ਕਹਿੰਦੇ ਉੱਥੇ ਜਿਹੜਾ ਮੈਂ ਪ੍ਰਵਾਨ ਪੜ੍ਹਿਆ ਕਿ ਕਹਿੰਦੇ ਇੰਨੀ ਜਦੋਂ ਗੱਲਬਾਤ ਹੋ ਰਹੀ ਸੀ, ਸੰਤ ਨੇ ਭੇਡਾਂ ਵਾਲੇ ਅਤੇ ਲੱਕੜਹਾਰਾ ਅਤੇ ਇੱਕ ਦੂਜਾ, ਉਹਨਾਂ ਤਿੰਨਾਂ ਦੇ ਤਰਫ ਆਪਣੀ ਇੱਕ ਪੂਰੀ ਨਜ਼ਰ ਭਰ ਕੇ ਦੇਖਿਆ। ਅਤੇ ਜਦੋਂ ਉਹ ਭੇਡਾਂ ਵਾਲੇ ਨੇ, ਸੰਤ ਨੇ ਉਹਦੇ ਨਾਲ ਪੂਰੀ ਨਜ਼ਰ ਮਿਲਾ ਕੇ ਦੇਖਿਆ ਤਾਂ ਉਸ ਭੇਡਾਂ ਵਾਲੇ ਨੂੰ ਲੱਗਿਆ ਕਿ ਜੇ ਮੈਨੂੰ ਸੰਤ ਨੇ ਹੋਰ 1 ਮਿੰਟ ਇੰਝ ਦੇਖਦਾ ਰਿਹਾ ਤਾਂ ਮੈਨੂੰ ਸਾੜ ਕੇ ਸੰਤ ਭਸਮ ਕਰ ਦੇਗਾ, ਇਸ ਕਰਕੇ ਉਹ ਡਰਦਾ ਭੱਜ ਗਿਆ। ਦੂਜਿਆਂ ਤੀਜਿਆਂ ਨੂੰ ਵੀ ਉਹਨੇ ਐਂ ਹੀ ਕੀਤਾ, ਉਹ ਵੀ ਭੱਜ ਗਏ ਅਤੇ ਝਗੜਾ ਨਿਪਟ ਗਿਆ। ਹੁਣ ਇਹਦਾ ਭਾਵ ਕੀ ਹੈ? ਮੈਂ ਸ਼ੁਰੂ ਜਿਹੀ ਸੰਤ ਦੀ ਦੇਹ ਅੰਮ੍ਰਿਤਮਈ ਹੁੰਦੀ ਹੈ। ਉਹ ਅੰਮ੍ਰਿਤਮਈ ਦ੍ਰਿਸ਼ਟ ਦੇ ਵਿੱਚ ਜਦੋਂ ਆਪਣੀ ਦ੍ਰਿਸ਼ਟ ਪਾਉਂਦਾ ਕਿਸੇ 'ਤੇ, ਜਿਹੜਾ ਪਾਪੀ ਹੈ ਉਹਨੂੰ ਉਹਦੇ ਪੂਰੇ ਪਾਪ ਦਾ ਅਭਿਆਸ ਵੀ ਕਰਵਾ ਸਕਦਾ ਹੈ। ਜਿਹੜਾ ਪੂਰਾ ਪਾਪੀ ਹੈ ਉਹਦੇ ਪੂਰੇ ਪਾਪ ਦੀ ਮੈਲ ਵੀ ਉਤਾਰ ਕੇ ਉਹਨੂੰ ਅੰਮ੍ਰਿਤਮਈ ਜੀਵਨ ਦੀ ਸੂਝ ਦੇ ਸਕਦਾ ਹੈ। ਸੰਤ ਦੀ ਨਜ਼ਰ ਵਿੱਚ ਇੰਨਾ ਪ੍ਰਭਾਵ ਹੁੰਦਾ ਹੈ। ਇਸ ਕਰਕੇ ਗੁਰਬਾਣੀ ਵਿੱਚ ਆਉਂਦਾ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਉਹਦੇ ਵਿੱਚ ਵਾਕ ਆਉਂਦੇ ਨੇ ਕਿ ਉਹਦੇ ਦੇਖਣ ਵਿੱਚ ਉਹਦੀ ਬੰਦਗੀ ਦਾ ਇੰਨਾ ਤੇਜ਼ ਹੁੰਦਾ ਹੈ ਕਿ ਦੂਜੇ ਬੰਦੇ ਦਾ ਜਿਹੜਾ ਅਸਲ ਹੈ ਜਾਂ ਜਿਹੜਾ ਉਹਦੀ ਅਸ਼ੁੱਧ ਹੈ ਉਹਦੇ ਸਾਹਮਣੇ ਕੰਬ ਜਾਂਦਾ ਹੈ। ਇਸ ਕਰਕੇ ਮਹਾਤਮਾ ਪੁਰਖਾਂ ਦੀਆਂ ਕਦੇ ਕੁਝ ਦੇਖੋ, ਉਹਨਾਂ ਦੇ ਚਿੱਤਰ, ਉਹਨਾਂ ਦੇ ਨੈਣ ਅੱਧ ਮੁੰਦੇ ਹੁੰਦੇ ਹਨ ਜਾਂ ਬੰਦ ਹੁੰਦੇ ਹਨ। ਮਹਾਤਮਾ ਬੋਧੀ ਕੋਈ ਆਪ ਦੀ ਮੂਰਤ ਦੇਖੋ ਉਹਨਾਂ ਦੀ, ਉਹ ਹਮੇਸ਼ਾ ਬੰਦ ਮਿਲੇਗੀ। ਜਾਂ ਗੁਰੂ ਸਾਹਿਬਾਨ ਜਿਹੜੇ ਕਲਪਤ ਫੋਟੋਆਂ ਨੇ ਉਹ ਵੀ ਤੁਹਾਨੂੰ ਬੰਦ ਹੀ ਮਿਲਣਗੀਆਂ, ਖੁੱਲ੍ਹੀਆਂ ਬਹੁਤ ਘੱਟ ਮਿਲਣਗੀਆਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਸੰਤ ਨਾ ਛੱਡੈ ਸੰਤਈ। ਜਿਹੜੀ ਸੰਤ ਦੀ ਦੇਹ ਹੈ ਉਹ ਅਧਿਆਤਮ ਦੇ ਅਭਿਆਸ ਵਿੱਚ ਢਲ ਕੇ ਬਿਲਕੁਲ ਪਵਿੱਤਰ ਹੋਈ ਹੁੰਦੀ ਹੈ। ਇਸ ਕਰਕੇ ਇੱਕ ਹੋਰ ਪ੍ਰਮਾਣ ਦੱਸਦੇ ਕਿ ਸੰਤ ਦੀ ਦੇਹ ਸ਼ੁੱਧ ਕਿਵੇਂ ਹੁੰਦੀ ਹੈ, ਉਹਦੇ ਅੰਦਰ ਸੰਤਤਾਈ ਕੀ ਹੁੰਦੀ ਹੈ। ਕਿਸੇ ਜਗ੍ਹਾ ਕੋਈ ਸੰਤ ਕਿਸੇ ਦੂਜੇ ਨਗਰ ਨੂੰ ਜਾ ਰਿਹਾ ਸੀ। ਰਸਤੇ ਵਿੱਚ ਕਿਸੇ ਨੂੰ ਮਾਰਗ ਪੁੱਛਿਆ ਅਗਲੇ ਨਗਰ ਨੂੰ ਜਾਣ ਦਾ। ਉਹ ਸ਼ੈਤਾਨ ਕਿਸਮ ਦਾ ਇਨਸਾਨ ਸੀ, ਉਹਨੇ ਸੰਤ ਨੂੰ ਜਿਸ ਤਰਫ ਭੇਜ ਦਿੱਤਾ ਅਤੇ ਸੰਤ ਜਿਸ ਤਰਫ ਚੱਲਦਾ ਗਿਆ, ਉਹ ਅੱਗੇ ਜਾ ਕੇ ਜਿੱਥੇ ਉਹ ਖਤਮ ਹੋਇਆ ਰਸਤਾ, ਉੱਥੇ ਵੇਸਵਾਖਾਨਾ ਸੀ। ਸੰਤ ਦੇ ਲਈ ਜਦੋਂ ਸੰਤ ਨੇ ਦੇਖਿਆ, ਉਹ ਪਛਤਾਇਆ ਕਿ ਐਵੇਂ ਰਸਤਾ ਪੁੱਛ ਬੈਠਾ, ਇਹਨੇ ਗਲਤ ਮਾਰਗ 'ਤੇ ਪਾ ਦਿੱਤਾ, ਹੁਣ ਇੱਥੇ ਆ ਕੇ ਪਹੁੰਚ ਗਿਆ। ਹੁਣ ਉੱਥੇ ਕਿੰਨਾ ਦਿਨਾਂ ਤੋਂ ਉਹਨਾਂ ਦਾ ਸਿਲਸਿਲਾ ਨਹੀਂ ਸੀ ਚੱਲ ਰਿਹਾ। ਸੰਤ ਆਇਆ, ਉਸ ਨੂੰ ਉਹਨਾਂ ਨੇ ਭਰਮਾਉਣਾ ਚਾਹਿਆ ਅਤੇ ਹੁਣ ਸੰਤ ਦੀ ਜਿਹੜੀ ਦੇਹ ਸੀ, ਹੁਣ ਉਹ ਉਸ ਮੈਲ ਦੇ ਵਿੱਚ ਉਤਰ ਗਈ। ਜਿਹੜੀ ਵੇਸਵਾਖਾਨੇ ਦੀ ਮੈਲ ਹੈ ਉਹਦੇ ਵਿੱਚ ਸੰਤ ਦੀ ਦੇਹ ਉਤਰ ਗਈ ਹੈ। ਅਤੇ ਉਹ ਅੰਮ੍ਰਿਤਮਈ ਕਿਵੇਂ ਰਹਿੰਦੀ ਹੈ? ਜਿਹੜਾ ਉਹਨਾਂ ਦੀ ਕੋਈ ਪ੍ਰਮੁੱਖ ਸੀ, ਉਹਦੇ ਕੋਲ ਆ ਕੇ ਉਹਨਾਂ ਨੇ ਉਸ ਤਰ੍ਹਾਂ ਦਾ ਉਹਨੂੰ ਕਿਹਾ ਅਤੇ ਸੰਤ ਨੇ ਉਹਨੂੰ ਕਿਹਾ, ਕਹਿੰਦੇ ਕਿ ਅਸੀਂ ਇਸ ਤਰ੍ਹਾਂ ਆਪਣੇ ਨੀਚ ਕਰਮ ਦੀ ਮਨਸ਼ਾ ਪ੍ਰਗਟ ਕੀਤੀ। ਪਰ ਸੰਤ ਨੇ ਕਹਿੰਦੇ ਉਸ ਦੇ ਪ੍ਰਮੁੱਖ, ਜਿਹੜਾ ਉਹਨਾਂ ਦਾ ਪ੍ਰਮੁੱਖ ਸੀ, ਉਹਦੀ ਦੇਹ ਨੂੰ ਹੱਥ ਲੱਗਾ ਅਤੇ ਉਹਨੂੰ ਐਂ ਲੱਗਿਆ ਕਿ ਜਿਵੇਂ ਸੰਤ ਦੀ ਦੇਹ ਬੜੀ ਵੱਡੀ ਅੱਗ ਦੇ ਵਿੱਚ ਜਲ ਰਹੀ ਹੈ। ਅਤੇ ਉਹਨਾਂ ਕਿਹਾ ਇਹਦੇ ਨੇੜੇ ਨਾ ਜਾਇਓ, ਇਹ ਸਾਨੂੰ ਸਾੜ ਕੇ ਸੁਆਹ ਕਰ ਦੇਗਾ। ਬ੍ਰਹਮ ਗਿਆਨੀ ਕੀ ਜਿਹੜੀ ਅਸੀਂ ਵਾਹ ਕਰਦੇ ਹਾਂ, ਇਹਨੂੰ ਤਾਂ ਮੈਂ ਆਰੰਭ ਦੇ ਵਿੱਚ ਸ਼ਬਦ ਵਰਤਿਆ ਕਿ ਜਿਹੜੀ ਸੰਤ ਦੀ ਦੇਹ ਹੈ ਉਹ ਧਰਤੀ 'ਤੇ ਬੜੀ ਪਵਿੱਤਰ ਦੇਹ ਹੈ। ਉਹਦੇ ਵਿੱਚ ਸਮਰੱਥਾ ਹੁੰਦੀ ਹੈ ਕਿ ਉਹਨੇ ਧਰਤੀ 'ਤੇ ਪਾਪ ਨੂੰ ਰੋਕਣਾ ਆਪਣੀ ਦੇਹ ਦੇ ਨਾਲ ਵੀ, ਆਪਣੀ ਨਜ਼ਰ ਨਾਲ ਵੀ, ਆਪਣੇ ਬੋਲਣ ਦੇ ਨਾਲ ਵੀ, ਆਪਣੇ ਛੋਹਣ ਦੇ ਨਾਲ ਵੀ। ਇਸ ਕਰਕੇ ਸੰਤ ਕੋਈ ਛੋਟੀ ਚੀਜ਼ ਨਹੀਂ ਹੈ।
ਅੱਜ ਸਾਡਾ ਇੱਕ ਸਮੱਸਿਆ ਹੈ ਕਿ ਅਸੀਂ ਕੋਈ ਆਪ ਉਚਾਈ ਵਿੱਚ ਰਹਿੰਦੇ ਨਹੀਂ। ਪਹਿਲੇ ਦੋ ਵਾਕ ਅਸੀਂ ਇਹ ਕਹਿੰਦੇ ਹਾਂ ਕਿ ਸੰਤ ਚੰਗਾ, ਬਾਅਦ 'ਚ ਉਹਦੇ ਪਖੰਡ ਦਾ ਜ਼ਿਕਰ ਕਰਨ ਲੱਗ ਪੈਂਦੇ ਕਿ ਸੰਤ ਆਹ ਹੁੰਦੇ ਨੇ, ਉਹ ਵਿਚੋਲੇ ਪਾਉਂਦੇ ਨੇ, ਉਹ ਵੱਧ ਲੋਅਰ ਜੀ ਗੱਲ ਚੱਲਣ ਲੱਗ ਪੈਂਦੀ ਹੈ। ਪਰ ਜਿਹੜੀ ਗੁਰਬਾਣੀ ਨੇ ਗੱਲ ਕਹੀ ਹੋਈ ਹੈ ਉਹ ਕਿਸੇ ਉਚਾਈ ਦੀ ਗੱਲ ਕਹੀ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਦੀ ਜਿਹੜੇ ਅਭਿਆਸ ਵਾਲੇ ਬੰਦੇ ਹਨ, ਸੰਤ ਨਾ ਛਾਡੈ ਸੰਤਈ। ਉਹ ਇਸ ਕਰਕੇ ਸੰਤ ਆਮ ਨਹੀਂ ਹੁੰਦਾ, ਉਹ ਪਰਮੇਸ਼ਰ ਦਾ ਨਿਸ਼ਾਨ ਹੁੰਦਾ ਧਰਤੀ 'ਤੇ। ਜਿਵੇਂ ਅਸੀਂ ਪਰਮੇਸ਼ਰ ਨੂੰ ਪਤਿਤ ਪਾਵਨ ਕਹਿੰਦੇ ਹਾਂ ਨਾ, ਤਾਂ ਉਹ ਪਤਿਤ ਪਾਵਨ ਦਾ ਧਰਤੀ 'ਤੇ ਸਿੰਬਲ ਹੁੰਦਾ ਹੈ ਸੰਤ, ਤਾਂ ਕਿ ਪਤਾ ਲੱਗ ਜਾਏ ਕਿ ਪਰਮੇਸ਼ਰ ਪਤਿਤ ਪਾਵਨ ਕਿਵੇਂ ਹੁੰਦਾ ਹੈ। ਹੁਣ ਗਨਕਾ ਨੂੰ ਇੱਕ ਦਫਾ ਸਾਧੂਆਂ ਦੀ ਸੰਤਾਂ ਦੀ ਸੰਗਤ ਮਿਲੀ, ਉਹਦੇ ਸਾਰੇ ਜੀਵਨ ਦੀ ਮੈਲ ਲੱਥ ਗਈ ਇੱਕ ਦਫਾ ਸੰਗਤ ਦੇ ਨਾਲ। ਅਜਾਮਲ ਵਰਗਿਆਂ ਦੀ ਇੱਕ ਦਫਾ ਸੰਗਤ, ਇੱਕ ਬਚਨ ਕਮਾਉਣ ਦੇ ਨਾਲ, ਬਾਲਮੀਕ ਬਟਵਾੜੇ ਵਰਗਿਆਂ ਦੀ ਸੰਗਤ ਇੱਕ ਦਫਾ ਦੇ ਨਾਲ ਨਿਕਲ ਗਈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੰਤ ਅੱਜ ਸਮੱਸਿਆ ਕੀ ਹੈ ਕਿ ਧਰਤੀ 'ਤੇ ਜਿੰਨਾ ਧਰਮ ਦਾ ਅਭਿਆਸ ਡੋਲ ਰਿਹਾ ਹੈ ਜਾਂ ਅਧਰਮ ਦਾ ਪਸਾਰ ਵੱਧ ਰਿਹਾ ਹੈ, ਕੂੜ ਦਾ ਵਰਤਾਰਾ ਵੱਧ ਰਿਹਾ ਹੈ, ਉਹਦੇ ਵਿੱਚ ਕੀ ਹੈ ਕਿ ਕੋਈ ਸੰਤਤਾਈ ਦੇ ਜੀਵਨ ਵੱਲ ਯਤਨ ਨਹੀਂ ਕਰਨਾ ਚਾਹੁੰਦਾ। ਆਪਣੀ ਦੁਨਿਆਵੀ ਸਿਲਸਿਲਿਆਂ ਦੀ ਦੌੜ ਹੈ, ਅਧਿਆਤਮ ਦੀ ਸਿਖਰਤਾ ਸੰਤ ਕਮਾਉਣ ਦਾ ਕੋਈ ਭਾਵ ਹੀ ਨਹੀਂ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੰਤ ਨਾ ਛਾਡੈ ਸੰਤਈ, ਉਹ ਨਹੀਂ ਸੰਤ ਛੱਡਦਾ। ਹੁਣ ਦਾ ਇੱਕ ਹੋਰ ਰਮਜ ਆਪਦੇ ਸਨਮੁਖ ਰੱਖਦੇ ਹਾਂ ਕਿ ਨਾ ਛਾਡੇ ਦੇ ਵਿੱਚ ਰਮਜ ਕੀ ਹੈ, ਕਿਉਂ ਨਹੀਂ ਛੱਡਦਾ। ਹੁਣ ਉਦਾਹਰਨ ਦੇ ਤੌਰ 'ਤੇ ਇਹਨੂੰ ਆਮ ਦੁਨਿਆਵੀ ਢੰਗ ਨਾਲ ਸਮਝਣ ਦਾ ਯਤਨ ਕਰੀਏ। ਹੁਣ ਜਿਵੇਂ ਭਗਤ ਅਸੀਂ ਘਰਾਂ ਦੇ ਵਿੱਚ ਬੱਚਿਆਂ ਦੀ ਪਰਵਰਿਸ਼ ਕਰਦੇ ਹਾਂ, ਕਿਸੇ ਦਫਾ ਬੱਚੇ ਨੂੰ ਬਲਦੇ ਹੋਏ ਜਿਹੜੇ ਅੰਗਿਆਰ ਨੇ ਉਹ ਚਮਕਦੇ ਨੇ, ਉਹਨੂੰ ਆਕਰਸ਼ਿਤ ਕਰਦੇ ਨੇ, ਅਤੇ ਬੱਚਾ ਉਹਦੀ ਤਰਫ ਆਉਣਾ ਚਾਹੇ ਤਾਂ ਮਾਤਾ ਲਗਭਗ ਰੋਕ ਦਿੰਦੀ ਹੈ। ਉਹਨੂੰ ਪਤਾ ਜਦੋਂ ਪਕੜੇਗਾ, ਹੁਣ ਇਹਨੂੰ ਆਕਰਸ਼ਿਤ ਕਰ ਰਹੇ ਨੇ, ਪਰ ਜਦੋਂ ਪਕੜੇਗਾ ਹੱਥ ਜਲਣਗੇ, ਸੜ ਜਾਣਗੇ, ਉਹ ਰੋਕਦੀ ਹੈ। ਇਸ ਕਰਕੇ ਜਿਹੜਾ ਸੰਤ ਨਾ ਛਾਡਿਆ ਦੀ ਰਮਜ ਹੈ, ਸੰਤ ਨੂੰ ਪਤਾ ਹੈ ਕਿ ਜੇ ਮੈਂ ਜਗਤ ਦੇ ਪ੍ਰਭਾਵ ਵਿੱਚ ਆ ਕੇ ਆਪਣੀ ਸੰਤਤਾਈ ਵਾਲੀ ਉੱਚੀ ਅਵਸਥਾ ਨੂੰ ਛੱਡ ਦਿੱਤਾ, ਅਤੇ ਜਗਤ ਦੇ ਵਿੱਚ ਇਹਨਾਂ ਮਨੁੱਖਾਂ ਦੇ ਵਿੱਚ ਮਾਲਕ ਨੇ ਜਿਹੜਾ ਮੈਨੂੰ ਉਤਾਰ ਕੇ ਨਵਾਜ ਕੇ ਧਰਤੀ ਦੇ ਭਲੇ ਲਈ ਪਰਉਪਕਾਰ ਲਈ ਭੇਜਿਆ ਹੈ, ਉਹ ਆਦਰਸ਼ ਪਿੱਛੇ ਰਹਿ ਜਾਣਾ ਹੈ। ਇਸ ਕਰਕੇ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਕਾਮਰੂਪ ਦੇ 'ਚ ਗਏ, ਉੱਥੇ ਉਹਨਾਂ ਨੇ, ਉਹ ਰਾਜੇ ਸ਼ਿਵਨਾਭ ਨੇ ਉਹਨਾਂ ਨੂੰ ਭਰਮਾਉਣਾ ਚਾਹਿਆ, ਬੜੀਆਂ ਸੁੰਦਰ ਇਸਤਰੀਆਂ ਭੇਜੀਆਂ, ਉਹਨਾਂ ਬੜਾ ਨਾਚ ਕੀਤਾ। ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਨਾਚ ਉਹਨਾਂ ਦਾ ਥੰਮਿਆ ਨਾ, ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਵਾਕ ਉਚਾਰੇ, ਗਾਸ਼ੋ ਪੁੱਤਰੀ ਰਾਜ ਕੁਆਰ ਨਾਮ ਭਣੋ ਸੱਚ ਦੋਤ ਸਵਾਰ। ਕਿ ਤੁਹਾਡਾ ਸ਼ਿੰਗਾਰ ਆ ਨੱਚਣ ਨੁੱਚਣ 'ਚ ਨਹੀਂ ਹੈ, ਤੁਹਾਡਾ ਸ਼ਿੰਗਾਰ ਹੈ ਕਿ ਤੁਹਾਡੀ ਸੁਰਤ ਮਾਲਕ ਦੇ ਚਰਨਾਂ ਵਿੱਚ ਲੀਨ ਹੋਵੇ, ਅਤੇ ਉਹ ਦੂਜੇ ਦੇ ਜੀਵਨ ਨੂੰ ਬੰਦਗੀ ਦਾ ਰੰਗ ਲਾਵੇ, ਨਾ ਕਿ ਤੁਹਾਡੇ ਇਹਨਾਂ ਨੱਚਣ ਦੇ ਕੌਤਕਾਂ ਨਾਲ ਬੰਦੇ ਦੇ ਅੰਦਰ ਦਾ ਜਿਹੜਾ ਜਬਤ ਡੋਲ ਜਾਏ, ਅਤੇ ਉਹ ਤੁਹਾਡੇ ਕਿਸੇ ਕੌਤਕ ਦੇ ਵਿੱਚ ਫਸ ਕੇ ਰਹਿ ਜਾਵੇ। ਉਹਨਾਂ ਦਾ ਸਾਰਾ ਹੀ ਕਹਿੰਦੇ ਉਸ ਵਕਤ ਜੋ ਸਾਖੀ ਪ੍ਰਮਾਣ ਮਿਲਦਾ ਹੈ ਕਿ ਜਿੰਨਾ ਉਹਨਾਂ ਦੇ ਅੰਦਰ ਨੱਚਣ ਦਾ ਬਲ ਸੀ, ਉਹ ਸਾਰਾ ਹੀ ਖਤਮ ਹੋ ਗਿਆ। ਜਿਵੇਂ ਕਹਿ ਲਓ ਕਿ ਐਨਰਜੀ ਸਿਫਰ 'ਤੇ ਆ ਗਈ ਉਹਨਾਂ ਦੀ, ਉਹ ਥੋੜ੍ਹਾ ਸ਼ਰਮਸਾਰ ਹੋ ਕੇ ਗੁਰੂ ਨਾਨਕ ਦੇ ਚਰਨਾਂ 'ਤੇ ਢਹਿ ਪਈ। ਇਸ ਕਰਕੇ ਸੰਤ ਦੀ ਦੇਹ ਬੜੀ ਵੱਡੀ ਚੀਜ਼ ਹੈ ਧਰਤੀ 'ਤੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨਾ ਛਾਡੇ ਦਾ ਰਮਜ ਕੀ ਹੈ ਕਿ ਉਹਨੂੰ ਪਤਾ ਜੇ ਮੈਂ ਇਹ ਕਰਮ ਛੱਡ ਦਿੱਤਾ ਤਾਂ ਧਰਤੀ 'ਤੇ ਜਿਹੜਾ ਅਧਰਮ ਦਾ, ਪਾਪ ਦਾ ਸਿਲਸਿਲਾ ਵੱਧ ਰਿਹਾ ਹੈ, ਇਹਨੂੰ ਰੋਕ ਲਾਉਣ ਵਾਲਾ ਕੋਈ ਨਹੀਂ ਰਹੇਗਾ। ਇਸ ਕਰਕੇ ਤਾਂ ਕਿਹਾ ਵੀ 1 ਕਰੋੜ ਦੇ ਵਿੱਚ ਇੱਕ ਸੰਤ ਹੀ ਬੜਾ ਹੈ, 1 ਕਰੋੜ ਬੰਦੇ ਦੀ ਗਿਣਤੀ ਹੋਵੇ। ਕਿਉਂ? ਇਸ ਕਰਕੇ ਕਿਹਾ ਜਾਂਦਾ ਨਾ ਕਿ ਉਹਦੀ ਇੱਕ ਦੇ 1 ਕਰੋੜ ਦਾ ਭਲਾ ਕਰ ਦੇਗੀ। ਕਿਵੇਂ? ਕਿ ਉਹਦੀ ਦੇਹ ਤੋਂ ਇੰਨੀ ਵਾਈਬਰੇਟਿੰਗ ਹੋ ਰਹੀ ਹੈ। ਇਸ ਕਰਕੇ ਕਿਹਾ ਨਾ, ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ। ਕੋ ਸੰਤ ਭਾਵੇਂ ਕਿੰਨੇ ਥੋੜ੍ਹੇ ਥਾਂ, ਕਿੰਨੀ ਮੁਸ਼ਕਿਲਾਂ ਦੇ ਵਿੱਚ ਕਿਉਂ ਨਾ ਰਹਿ ਰਿਹਾ, ਪਰ ਫਿਰ ਵੀ ਚੰਗਾ ਹੈ ਕਿ ਉਹਦੇ ਇੱਕ ਦੇ ਨਾਲ ਜਿਹੜਾ ਹੈ ਸਾਰੀ ਧਰਤੀ ਦਾ ਸੰਤੁਲਨ ਬਣਿਆ ਰਹਿੰਦਾ। ਅਤੇ ਅੱਗੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਾਓ ਕੋਟਿਕ ਮਿਲਹਿ ਅਸੰਤ। ਇਸ ਕਰਕੇ ਕਹਿੰਦੇ ਜੇ ਕੋਟਿਕ ਮਿਲਹਿ ਅਸੰਤ, ਭਾਵੇਂ ਕਰੋੜਾਂ ਮਿਲ ਜਾਣ। ਕੋਈ ਮਹਾਤਮਾ ਕਿਸੇ ਨਦੀ ਦੇ ਕੰਢੇ ਸੈਰ ਕਰ ਰਹੇ ਸਨ, ਇੱਕ ਬਿੱਛੂ ਪਾਣੀ ਵਿੱਚ ਡੁੱਬ ਰਿਹਾ ਸੀ। ਉਹਨਾਂ ਨੇ ਬਾਹਰ ਕੱਢਣ ਦਾ ਯਤਨ ਕੀਤਾ, ਉਹਨੇ ਡੰਗ ਮਾਰਿਆ, ਉਹ ਫਿਰ ਵੜ ਗਿਆ ਪਾਣੀ 'ਚ, ਫਿਰ ਡੁੱਬਣ ਲੱਗਾ, ਫਿਰ ਕੱਢਿਆ। 3-4 ਦਫਾ ਇਸ ਤਰ੍ਹਾਂ ਹੋਇਆ। ਨਾਲ ਉਹਨਾਂ ਦਾ ਕੋਈ ਸ਼ਿਸ਼ ਸੀ, ਚੇਲਾ ਸੀ, ਉਹ ਕਹਿਣ ਲੱਗਾ ਜੀ 4-5 ਦਫਾ ਤੁਹਾਨੂੰ ਡੰਗ ਮਾਰਿਆ, ਤੁਹਾਡਾ ਸਾਰਾ ਹੱਥ ਲਹੂ ਲੁਹਾਨ ਹੈ, ਤਾਂ ਤੁਸੀਂ ਛੱਡ ਦਿਓ ਇਹਨੂੰ, ਮਰਨ ਦਿਓ ਇਹਦੀ ਗੱਤ 'ਤੇ, ਕਿਉਂ ਬਾਰ-ਬਾਰ ਇਹਦਾ ਭਲਾ ਕਰਨ ਦਾ। ਉਹ ਕਹਿਣ ਲੱਗੇ ਕਿ ਇਹ ਮੈਨੂੰ ਮੇਰਾ ਕਰਮ ਦ੍ਰਿੜ ਕਰਨ ਦੇ ਵਿੱਚ ਮਦਦ ਕਰ ਰਿਹਾ ਹੈ,
ਕਿਉਂਕਿ ਇਹ ਇੱਕ ਅਚੇਤ ਜੀਵ ਹੈ, ਇਹਦੇ ਅੰਦਰ ਬੁੱਧੀ ਦੀ ਚੇਤਨਤਾ ਨਹੀਂ ਹੈ। ਇਹਨੂੰ ਨਹੀਂ ਪਤਾ ਕਿ ਡੰਗ ਦਾ ਕੀ ਅਸਰ, ਇਹਨੂੰ ਬਸ ਕੇਵਲ ਮਾਰਨਾ ਆਉਂਦਾ ਹੈ, ਜਿਹੜੀ ਇਹਦੀ ਆਮ ਹਰਕਤ ਬਣੀ ਹੋਈ ਹੈ। ਜਦੋਂ ਇਹ ਬੁੱਧੀ ਤੋਂ ਅਚੇਤ ਹੋ ਕੇ ਆਪਣਾ ਕਰਮ ਨਹੀਂ ਛੱਡ ਸਕਦਾ ਡੰਗ ਮਾਰਨ ਦਾ, ਅਤੇ ਮੈਂ ਜਿਹੜਾ ਬਖਸ਼ਣ ਦਾ ਜਾਂ ਬਾਰ-ਬਾਰ ਖਿਮਾ ਧਾਰਨ ਕਰਨ ਦਾ ਜਿਹੜਾ ਗੁਣ ਹੈ ਉਹ ਕਿਉਂ ਛੱਡਾਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜੋ ਕੋਟਿਕ ਮਿਲਹੇ ਅਸੰਤ, ਭਾਵੇਂ ਉਹਨਾਂ ਨੂੰ ਕਰੋੜਾਂ ਅਸੰਤ ਮਿਲ ਜਾਣ, ਉਹ ਕਿਸੇ ਪ੍ਰਕਾਰ ਕਰਕੇ ਆਪਣਾ ਇੱਕ ਹੋਰ ਇਹਦੇ ਵਿਚਲੀ ਹੋਰ ਇੱਕ ਗੱਲ ਦੀ ਰਮਜ ਆਪ ਦੇ ਸਨਮੁਖ ਰੱਖਦਾ, ਜਿਹੜੀ ਮੈਂ ਨਿੱਜ ਦੇ ਵਿੱਚ ਸਮਝਦਾ। ਕਈ ਵਾਰੀ ਚੀਜ਼ਾਂ ਦੇ ਉੱਚ ਅਭਿਆਸ ਨਹੀਂ ਕਮਾਏ ਜਾਂਦੇ। ਕਈ ਵਾਰੀ ਜਿਵੇਂ ਉਦਾਹਰਨ ਦੇ ਤੌਰ 'ਤੇ ਕਈ ਅਸੀਂ ਚੀਜ਼ਾਂ ਜਿਨ੍ਹਾਂ ਦੇ ਪੂਰੇ ਅਭਿਆਸ ਨਹੀਂ ਕਮਾ ਸਕਦੇ, ਉਹਨਾਂ ਦਾ ਅੰਸ਼ ਮਾਤਰ ਸਾਡੇ ਜੀਵਨ 'ਚ ਆ ਜਾਂਦਾ ਹੈ। ਅੰਸ਼ ਮਾਤਰ, ਜਿਵੇਂ ਉਦਾਹਰਨ ਦੇ ਤੌਰ 'ਤੇ ਸੂਰਜ ਸਾਰਾ ਸਾਡੇ ਘਰ ਨਹੀਂ ਆਉਂਦਾ, ਪਰ ਜੇ ਇੱਕ ਕਿਰਨ ਵੀ ਉਹਦੀ ਸਾਡੇ ਘਰ ਆ ਜਾਵੇ ਤਾਂ ਸਾਡਾ ਘਰ ਪ੍ਰਕਾਸ਼ ਨਾਲ ਭਰ ਜਾਂਦਾ ਹੈ। ਇੰਝ ਹੀ ਜਿਹੜੇ ਸੰਤ ਦੇ ਜੀਵਨ ਦੀ ਸਿਖਰਲੀ ਉਚਾਈ ਹੈ, ਉਹਦੀ ਅਵਸਥਾ ਹੈ, ਉਹ ਹੋ ਸਕਦਾ ਕਈ ਵਾਰੀ ਸਾਨੂੰ ਨਾ ਪ੍ਰਾਪਤ ਹੋਵੇ, ਸਾਡਾ ਕਿੰਨਾ ਯਤਨ ਕਰਨ ਦੇ ਬਾਵਜੂਦ ਵੀ ਐਸੀ ਗੱਲ ਨਾ ਬਣੇ, ਤਾਂ ਫਿਰ ਉਹਦਾ ਕੀ, ਇਹਦੇ ਵਿੱਚ ਕਿਉਂਕਿ ਰਮਜ ਕਿਸ ਤਰ੍ਹਾਂ ਦੀ ਬਣਦੀ ਪਈ ਹੈ। ਤਾਂ ਉਹ ਕਹਿੰਦੇ ਨੇ ਕੋਟਿਕ ਮਿਲਹੇ ਅਸੰਤ। ਇਸ ਕਰਕੇ ਸਾਡੇ ਜੀਵਨ ਦੇ ਵਿੱਚ ਜਿਹੜਾ ਹਿੱਸਾ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ, ਗੁਰਬਾਣੀ ਦੇ ਅਭਿਆਸ ਨਾਲ ਅਤੇ ਗੁਰੂ ਚਰਨਾਂ ਦੀ ਪ੍ਰੀਤ ਨਾਲ ਸਾਡੇ ਜੀਵਨ ਦਾ ਜਿਹੜਾ ਹਿੱਸਾ ਸ਼ੁੱਧ ਹੋ ਕੇ ਥੋੜ੍ਹਾ ਸੰਤ ਦੇ ਅਭਿਆਸ ਵਿੱਚ ਢਲ ਗਿਆ ਹੈ, ਉਹੀ ਸਾਡੇ ਜੀਵਨ ਦਾ ਬਚਾਅ ਕਰਦਾ ਹੈ। ਨਹੀਂ ਤਾਂ ਜੀਵਨ ਦੇ ਹਾਲਾਤ, ਪਰਿਸਥਿਤੀਆਂ ਕਈ ਵਾਰੀ ਇੰਨੀਆਂ ਵਿਪਰੀਤ ਬਣ ਜਾਂਦੀਆਂ ਨੇ ਕਿ ਬੰਦੇ ਦੇ ਸਾਰੇ ਜੀਵਨ ਨੂੰ ਡੁਲਾ ਸਕਦੀਆਂ ਨੇ। ਇਸ ਕਰਕੇ ਜਦੋਂ ਅਸੀਂ ਕਿਵੇਂ, ਹੁਣ ਇਹਦਾ ਮੈਂ ਅਨੁਭਵ ਇਸ ਤਰ੍ਹਾਂ ਰੱਖਦੇ ਹਾਂ ਕਿ ਜਦ ਅਸੀਂ ਕਈ ਦਫਾ, ਜਿਵੇਂ ਸਾਡੇ ਸਾਰਿਆਂ ਦੇ ਜੀਵਨ ਦਾ ਸੁਭਾਅ ਹੈ ਕਿ ਕਈ ਵਾਰੀ ਇਸ ਤਰ੍ਹਾਂ ਦੀ ਮਜਲਿਸ, ਇਸ ਤਰ੍ਹਾਂ ਦੇ ਸਮਾਗਮ ਵਿੱਚ ਬਹਿਣਾ ਪੈਂਦਾ ਹੈ ਜਿੱਥੇ ਮਨਮੁਖਾਂ ਦੀ ਮਜਲਿਸ ਹੁੰਦੀ ਹੈ। ਕੋਈ ਗੁਰੂ ਪ੍ਰਤੀਤ ਨਹੀਂ, ਕੋਈ ਗਿਆਨ ਦੀ ਵਿਚਾਰ ਨਹੀਂ, ਰੱਜ ਕੇ ਗਿਰਾਵਟ ਵਾਲਾ ਜੀਵਨ ਹੁੰਦਾ ਹੈ। ਸਾਨੂੰ ਉਹਨਾਂ ਵਿੱਚ ਬਹਿਣਾ ਪੈਂਦਾ ਹੈ, ਉਹਨਾਂ ਦੀ ਗੱਲਬਾਤ ਵੀ ਸੁਣਨੀ ਪੈਂਦੀ ਹੈ। ਉਸ ਸਮੇਂ ਉਹਨਾਂ ਦੀ ਮਨਮੁਖਤਾ ਤੋਂ, ਉਹਨਾਂ ਦੀ ਅਗਿਆਨਤਾ ਤੋਂ, ਉਹਨਾਂ ਦੇ ਜੀਵਨ ਦੀ ਮਾਇਆ ਵਾਲੀ ਗਿਰਾਵਟ ਤੋਂ ਜਿਹੜੀ ਚੀਜ਼ ਸਾਨੂੰ ਬਚਾਉਂਦੀ ਹੈ, ਉਹ ਸਾਡੇ ਅੰਦਰ ਦਾ ਬਣਿਆ ਹੋਇਆ ਸੰਤ ਵਾਲਾ ਹਿੱਸਾ ਹੁੰਦਾ ਹੈ, ਜਿਹੜਾ ਅਸੀਂ ਆ ਗੁਰ ਸ਼ਬਦ ਦੀ ਵਿਚਾਰ ਦੇ ਨਾਲ, ਗਿਆਨ ਦੇ ਅਭਿਆਸ ਨਾਲ ਕਮਾਇਆ ਹੁੰਦਾ। ਮੈਂ ਜ਼ਿਕਰ ਕੀਤਾ ਸੀ ਕਿ ਕਈ ਵਾਰੀ ਪੂਰੀ ਅਵਸਥਾ ਨਹੀਂ ਮਿਲਦੀ, ਉਹਦੀ ਅੰਸ਼ ਮਾਤਰ ਮਿਲ ਜਾਂਦੀ ਹੈ। ਇਸ ਕਰਕੇ ਉਹ ਅੰਸ਼ ਮਾਤਰ, ਇਸ ਕਰਕੇ ਭਾਵੇਂ ਅਸੀਂ ਗ੍ਰਸਤੀ ਹਾਂ, ਭਾਵੇਂ ਅਸੀਂ ਸਮਾਜਿਕ ਤੌਰ 'ਤੇ ਇਸ ਤਰ੍ਹਾਂ ਦਾ ਜੀਵਨ ਜਿਉਂਦੇ ਹਾਂ, ਪਰ ਜਿਹੜਾ ਅਸੀਂ ਗੁਰੂ ਸ਼ਬਦ ਵਿਚਾਰ ਨਾਲ ਰੋਜ਼ਾਨਾ ਜੁੜਦੇ ਹਾਂ ਜਾਂ ਗੁਰੂ ਦੇ ਗਿਆਨ ਦੀ ਬਖਸ਼ਿਸ਼ ਨੂੰ ਮਾਣਦੇ ਹਾਂ, ਉਹ ਸਾਨੂੰ ਜੀਵਨ ਦੇ ਕਿਸੇ ਅੰਦਰੂਨੀ ਹਿੱਸੇ ਵਿੱਚੋਂ ਓਨਾ ਕੁ ਪਵਿੱਤਰ ਕਰ ਦਿੰਦਾ ਹੈ ਅਤੇ ਸਾਡੀ ਓਨੇ ਨਾਲ ਹੀ ਜਿਹੜਾ ਜੀਵਨ ਸਵਰ ਜਾਂਦਾ। ਇਸ ਕਰਕੇ ਗੁਰਬਾਣੀ ਸਤਿਗੁਰੂ ਦੇਖੋ, ਕਈ ਵਾਰੀ ਗੁਰੂ ਸਾਹਿਬ ਜੀ ਨੇ ਸਾਨੂੰ ਸੰਬੋਧਨ ਕੀਤਾ, ਸੰਤ ਸ਼ਬਦ ਦੇ ਨਾਲ ਸੰਬੋਧਨ ਕੀਤਾ। ਜਦੋਂ ਸੰਤ ਸ਼ਬਦ ਦੇ ਨਾਲ ਗੁਰੂ ਸਾਹਿਬ ਸੰਬੋਧਨ ਕਰਦੇ ਨੇ ਤਾਂ ਉਹਦਾ ਭਾਵ ਕੀ ਹੈ ਕਿ ਇਹਨੂੰ ਆਪਣੇ ਜੀਵਨ ਦੀ ਪ੍ਰੇਰਣਾ ਬਣਾਓ ਅਤੇ ਇਵੇਂ ਦੇ ਹੋਣ ਦਾ ਪੂਰਾ ਯਤਨ ਕਰੋ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਾਓ ਕੋਟਿਕ ਮਿਲਹੇ ਅਸੰਤ। ਇੱਕ ਪ੍ਰਮਾਣ ਹੋਰ ਆਪਦੇ ਸਨਮੁਖ ਰੱਖਦਿਆਂ, ਕਿਸੇ ਦਫਾ ਕੋਈ ਭਗਤੀ ਵਾਲਾ ਪੁਰਖ ਸੰਤ ਰੂਪ ਸੀ, ਉਹ ਜਿਸ ਨਗਰ ਦੇ ਵਿੱਚ ਜਾ ਕੇ ਵਸਿਆ, ਉਸ ਨਗਰ ਦੇ ਜਿਹੜੇ ਸਾਰੇ ਲੋਕ ਸਨ ਦੁਸ਼ਟ ਸਨ। ਤਾਂ ਉਹਨਾਂ ਦਾ ਇੱਥੋਂ ਤੱਕ ਸੀ ਕਿ ਮਤਲਬ ਜਿਹੜਾ ਕੋਈ ਉਹਨਾਂ ਦੇ ਨਗਰ 'ਚ ਬਾਹਰੋਂ ਆਉਂਦਾ ਸੀ, ਉਹਨੂੰ ਕੱਟ ਵੱਢ ਕੇ ਉਹਦਾ ਮਾਸ ਬਣਾ ਕੇ ਖਾ ਲੈਂਦੇ ਸਨ। ਉਹ ਸੰਤ ਨੂੰ ਨਹੀਂ ਸੀ ਪਤਾ ਕਿ ਦੁਸ਼ਟਾਂ ਦਾ ਨਗਰ ਹੈ। ਚਲਾ ਗਿਆ ਉਸ ਨਗਰ ਦੇ ਵਿੱਚ, ਜਾ ਕੇ ਉਹ ਆਏ, ਉਹਨਾਂ ਨੇ ਬੜੀ ਉਹਦੀ ਸਿਫਤ ਕੀਤੀ, ਬੜਾ ਉਹਦਾ ਸਤਿਕਾਰ ਕੀਤਾ। ਤਾਂ ਸੰਤ ਜਦੋਂ ਵੇਖਿਆ, ਸੰਤ ਨੂੰ ਆਭਾਸ ਹੋ ਗਿਆ ਕਿ ਇਹ ਬੰਦੇ ਦੁਸ਼ਟ ਹਨ, ਇਹਨਾਂ ਦਾ ਅੰਤਰੀਵ ਦੱਸਦਾ ਹੈ। ਤਾਂ ਉਹ ਜਦੋਂ ਆਪਣੇ ਤੇਜ਼ ਤਰਾਰ ਹਥਿਆਰ ਲੈ ਕੇ ਆਏ, ਕਹਿਣ ਲੱਗੇ ਕਿ ਸਾਡੇ ਨਗਰ ਵਿੱਚ ਕਿਸੇ ਬੰਦੇ ਦੇ ਆਉਣ ਦਾ ਮਤਲਬ ਹੈ ਸਾਡਾ ਭੋਜਨ ਹੈ ਅਤੇ ਅਸੀਂ ਮਨੁੱਖ ਦਾ ਮਾਸ ਖਾਣਾ ਬੜਾ ਪਸੰਦ ਕਰਦੇ ਹਾਂ। ਤਦ ਉਸ ਸੰਤ ਨੇ ਇੱਕ ਵਾਕ, ਕਹਿੰਦਾ, ਮੇਰੇ ਇੱਕ ਪ੍ਰਸ਼ਨ ਦਾ ਜਵਾਬ ਦੇ ਦਿਓ, ਜੇ ਤੁਹਾਡੇ ਕੋਲ ਇਹਦਾ ਜਵਾਬ ਹੈ ਅਤੇ ਉਸ ਤੋਂ ਬਾਅਦ ਤੁਸੀਂ ਮੈਨੂੰ ਬੇਸ਼ੱਕ ਕਤਲ ਕਰ ਦੇਣਾ। ਉਹ ਕਹਿਣ ਲੱਗੇ, ਕੀ? ਕਹਿੰਦਾ, ਜੇ ਨਾ ਤੁਹਾਨੂੰ ਜਵਾਬ ਹੈ ਤੁਸੀਂ ਮੈਨੂੰ ਕਤਲ ਨਹੀਂ ਕਰ ਸਕਦੇ। ਤਾਂ ਕਹਿਣ ਲੱਗੇ, ਜੀ ਕੀ ਪ੍ਰਸ਼ਨ ਹੈ? ਕਹਿੰਦਾ ਕਿ ਤੁਸੀਂ ਮੇਰੀ ਦੇਹ ਦੇ ਮਾਸ ਦਾ ਸਵਾਦ ਚੱਖਣਾ ਹੈ। ਕਦੀ ਤੁਸੀਂ ਸੋਚਿਆ ਤੁਹਾਡੀ ਆਪਣੀ ਦੇਹ ਦਾ ਮਾਸ ਕਿੰਨਾ ਸਵਾਦ ਹੈ? ਕਦੀ ਇਹਨੂੰ ਚੱਖਣ ਦਾ ਯਤਨ ਕੀਤਾ? ਦੂਜਿਆਂ ਦੇ ਚੱਖਣ ਦੇ ਯਤਨ ਨਾਲ ਤੁਸੀਂ ਆਪਣੇ ਸਵਾਦ ਤੋਂ ਨਾ ਵਾਕਫ ਹੋ। ਕਦੀ ਆਪਣੇ ਆਪ ਨੂੰ ਕਤਲ ਕਰਕੇ ਵੀ ਚੱਖੋ ਕਿ ਤੁਹਾਡਾ ਕੀ ਸਵਾਦ ਹੈ। ਉਹਨਾਂ ਨੂੰ ਇਸ ਗੱਲ ਦਾ ਉੱਤਰ ਨਾ ਆਇਆ। ਕਹਿਣ ਲੱਗੇ, ਇਹ ਕਿਹੋ ਜਿਹੀ ਦੁਬਿਧਾ ਹੋਈ? ਕਹਿਣ ਲੱਗਾ, ਇਹੀ ਹੈ
ਕਿ ਜਿਹੜੇ ਜੀਵਨ ਦੀ ਮਹੱਤਤਾ ਤੁਸੀਂ ਦੂਜੇ ਦੀ ਸਮਝਦੇ ਨਹੀਂ, ਉਹਨੂੰ ਕਤਲ ਕਰ ਦਿੰਦੇ ਹੋ, ਉਹੀ ਮਹੱਤਤਾ ਤੁਹਾਡੀ ਹੈ। ਜੇ ਤੁਸੀਂ ਨਾ ਰਹੋ ਤੇ ਧਰਤੀ 'ਤੇ ਪਾਪ ਨਾ ਰਹੇਗਾ। ਉਹਦਾ ਕਈ ਤਾਂ ਉਹਨੇ ਗੱਲ ਸਰਲ ਸੀ, ਪਰ ਉਹਦੀ ਅੰਤਰੀਵ ਸਮਝ ਇਹ ਸੀ ਕਿ ਜਿੰਨਾ ਚਿਰ ਤੁਸੀਂ ਆਪਣੀ ਹਉਮੈ ਦਾ ਕਤਲ ਨਹੀਂ ਕਰਦੇ ਤੇ ਆਪਣੇ ਸਵਾਦ ਦੀ ਪੂਰਤੀ ਲਈ ਹਜ਼ਾਰਾਂ ਨੂੰ ਕਤਲ ਕਰ ਰਹੇ ਹੋ, ਤੁਹਾਡਾ ਕਦੀ ਵੀ ਠੀਕ ਬੈਲੈਂਸ ਨਹੀਂ ਬਣੇਗਾ ਤੇ ਕਦੀ ਤੁਸੀਂ ਇਸ ਪਾਪ ਕਰਮ ਤੋਂ ਨਹੀਂ ਰੁਕ ਸਕੋਗੇ। ਇਸ ਕਰਕੇ ਜਿਹੜੀ ਤੁਹਾਡੇ ਅੰਦਰ ਮਨੁੱਖ ਦੇ ਮਾਸ ਦੀ ਸਵਾਦ ਵਾਲੀ ਹਉਮੈ ਦਾ ਉਜੜ ਰੂਪ ਬਣਿਆ ਹੋਇਆ ਹੈ, ਪਹਿਲਾਂ ਉਹਨੂੰ ਕਤਲ ਕਰੋ। ਇਸ ਕਰਕੇ ਜੋ ਕੋਟਕ ਮਿਲਹਿ ਅਸੰਤ, ਇਸ ਕਰਕੇ ਸੰਤ ਭਾਵੇਂ ਉਹਦੇ ਕੋਲ ਕੋਈ ਸ਼ਸਤਰ ਨਾ ਹੋਵੇ, ਸੰਤ ਉਹ ਬੜੀ ਸਮਰੱਥਾ ਵਾਲਾ ਹੁੰਦਾ ਹੈ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਉਦਾਸੀਆਂ ਦੌਰਾਨ ਉਹਨਾਂ ਨੇ ਕੀ ਕੁਝ ਨਹੀਂ ਕਿਹਾ। ਲੋਕਾਂ ਨੇ ਉਹ ਸੁਭਾਵ, ਕਿਸੇ ਨੇ ਕੁਝ ਕਿਹਾ, ਕਿਸੇ ਨੇ ਕੁਝ ਕਿਹਾ, ਪਰ ਗੁਰੂ ਨਾਨਕ ਸਾਹਿਬ ਆਪਣੀ ਜਿਹੜੀ ਬੰਦਗੀ ਇੱਕ ਨਾਮ ਰਸ ਵਾਲੀ ਚਾਲ ਹੈ ਉਹਦੇ ਵਿੱਚ ਚੱਲਦੇ ਰਹੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਮਲਿਆਗਰ ਭਯੰਗਮ ਬੇਡਿਓ ਤਾਂ ਸੀਤਲ ਤਾ ਨਾ ਤਜੰਤ, ਭਾਵੇਂ ਕਰੋੜਾਂ ਸੱਪ ਲਿਪਟੇ ਹੋਣ ਚੰਦਰ ਨੂੰ, ਉਹ ਫਿਰ ਵੀ ਸੀਤਲਤਾ ਦਿੰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਲਿਆਗਰ, ਹੁਣ ਚੰਦਨ ਦਾ ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ। ਤਾਂ ਹੁਣ ਚੰਦਨ ਦਾ ਭਾਵ ਹੈ ਕਿ ਜਦੋਂ ਸੱਪ ਉਹਦੇ ਨਾਲ ਲਿਪਟਦੇ ਨੇ, ਸੱਪ ਆਪਣੀ ਜ਼ਹਿਰ ਦੀ ਤਪਸ਼ ਕਰਕੇ ਲਿਪਟਦੇ ਹਨ, ਅਤੇ ਜਿਹੜਾ ਚੰਦਨ ਹੈ ਉਹਨਾਂ ਦੀ ਦੇਹ ਦੀ ਬਣੀ ਹੋਈ ਜ਼ਹਿਰ ਵਾਲੀ ਗਰਮੀ ਨੂੰ ਆਪਣੀ ਠੰਡਕ ਦੇ ਨਾਲ ਤ੍ਰਿਪਤ ਕਰਦਾ ਹੈ। ਕਹਿੰਦੇ ਫਿਰ ਜਦੋਂ ਸੱਪ ਕਈ ਵਾਰੀ ਆਉਂਦਾ, ਫਿਰ ਸੱਪਾਂ ਨੂੰ ਖਿੱਚ ਚੜ੍ਹਦੀ ਹੈ, ਜਦੋਂ ਫਿਰ ਉਹਨਾਂ ਦੀ ਜਿਹੜੀ ਤਪਸ਼ ਨੂੰ ਚੰਦਨ ਠੰਡਕ ਦੇ ਦਿੰਦਾ ਹੈ, ਫਿਰ ਉਹ ਆਪਣੀ ਜ਼ਹਿਰ ਦੇ ਛਾਲੇ ਮਾਰਦੇ ਨੇ ਚੰਦਨ ਦੇ ਉੱਪਰ। ਕਹਿੰਦੇ ਜਦੋਂ ਛਾਲੇ ਮਾਰਦੇ ਨੇ, ਉਹਨਾਂ ਦੇ ਛਾਲੇ ਹੁੰਦੇ ਜ਼ਹਿਰ ਵਾਲੇ ਨੇ, ਚੰਦਨ ਦੇ ਨਾਲ ਵੱਜਦਿਆਂ ਹੀ ਪਾਣੀ ਵਰਗੇ ਬਣ ਜਾਂਦੇ ਨੇ, ਸੱਪਾਂ ਨੂੰ ਫਿਰ ਖਿੱਚ ਆਉਂਦੀ ਹੈ। ਇਸ ਕਰਕੇ ਕਹਿੰਦੇ ਉਹ ਚੰਦਨ ਜਿਵੇਂ ਛੱਡਦਾ ਹੀ ਨਹੀਂ, ਜੋ ਮਰਜ਼ੀ ਹੋ ਜਾਏ, ਇਸੇ ਤਰ੍ਹਾਂ ਸੰਤ ਆਪਣੀ ਸੰਤਈ ਛੱਡਦਾ ਹੀ ਨਹੀਂ। ਇਸ ਕਰਕੇ ਭਗਤ ਕਬੀਰ, ਫਿਰ ਦੂਜੀ ਗੱਲ, ਜੇ ਕੋਈ ਸੰਤ ਜਿਹੜੀ ਹੁਣ ਜਿਵੇਂ ਸੱਪ ਫੁੰਕਾਰਾ ਮਾਰਦਾ ਹੈ, ਸਾਰੇ ਪਾਸੇ ਜ਼ਹਿਰ ਖਿਲਾਰ ਦਿੰਦਾ, ਉਹਦੇ ਨਾਲ ਲੋਕਾਂ ਦਾ ਅੱਗੇ ਜਾ ਕੇ ਸਰੀਰਕ ਰੋਗ ਬਣ ਜਾਂਦਾ। ਜੇ ਚੰਦਨ ਜਦੋਂ ਹਵਾ ਚੱਲਦੀ ਹੈ ਅਤੇ ਚੰਦਨ ਦੀ ਮਹਿਕ ਸਾਰਿਆਂ ਨੂੰ ਸੁਗੰਧਿਤ ਕਰ ਦਿੰਦੀ ਹੈ। ਇਸੇ ਤਰ੍ਹਾਂ ਜੇ ਚੰਦਨ ਨੂੰ ਕੋਈ ਕੁਹਾੜੇ ਦੇ ਨਾਲ ਕੱਟਣਾ ਵੀ ਚਾਹੇ ਅਤੇ ਉਹ ਕੁਹਾੜੇ ਦੀ ਤਿੱਖੀ ਧਾਰ 'ਤੇ ਵੀ ਚੰਦਨ ਆਪਣੀ ਖੁਸ਼ਬੂ ਲਾ ਹੀ ਜਾਂਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਮਲਿਆਗਰ ਭੁਯੰਗਮ ਬੇਡਿਓ ਤਾਂ ਸੀਤਲਤਾ ਨਾ ਤਜੰਤ, ਭਾਵੇਂ ਕਰੋੜਾਂ ਕਿਵੇਂ ਵੀ। ਇਸ ਕਰਕੇ ਜਿਹੜੀ ਸੁਖਮਨੀ ਸਾਹਿਬ ਦੇ ਵਿੱਚ ਅਸੀਂ ਸਾਧ ਸੰਤ ਦੀ ਅਸ਼ਟਪਦੀ ਪੜ੍ਹਦੇ ਹਾਂ, ਉਹਨੂੰ ਪੜ੍ਹਨਾ ਵੀ ਚਾਹੀਦਾ, ਉੱਤਮ ਗੱਲ ਹੈ, ਪਰ ਉਹਨੂੰ ਸਮਝਣਾ ਵੀ ਚਾਹੀਦਾ ਹੈ ਕਿ ਥੋੜ੍ਹਾ ਜਿਹਾ ਕੀ ਹੈ ਉਹਦੇ ਵਿੱਚ। ਜਿਵੇਂ ਅਸੀਂ ਅੱਜ ਇੱਕ ਪੰਕਤੀ ਸਾਨੂੰ ਸਪਸ਼ਟ ਹੋਈ ਹੈ ਕਿ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਉਹ ਕੀ ਹੈ, ਅੰਮ੍ਰਿਤ ਦ੍ਰਿਸ਼ਟ ਕੀ ਹੁੰਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਤਾਂ ਸੀਤਲਤਾ ਨਾ ਤਜੰਤੋ, ਨਹੀਂ ਤਿਆਗਦਾ। ਹੁਣ ਇਸੇ ਭਗਤ ਕਬੀਰ ਸਾਹਿਬ ਜੀ ਨੇ ਇੱਕ ਹੋਰ ਵੀ ਪੱਖ ਸਾਨੂੰ ਸਮਝਾਇਆ ਹੈ ਕਿ ਤਾਂ ਸੀਤਲਤਾ ਨਾ ਤਜੰਤ। ਹੁਣ ਕੀ ਹੈ ਕਿ ਜਦੋਂ ਕਈ ਪੁਰਖ ਐਸੇ ਦੇਖੇ ਨੇ ਆਲੇ ਦੁਆਲੇ ਦੇ ਵਿੱਚ, ਕਿਸੇ ਸਮੇਂ ਉਹਨਾਂ ਦਾ ਜੀਵਨ ਤੇ ਅਧਿਆਤਮਕ ਮਾਲਕ ਦਾ ਕਰਮ ਹੋਇਆ, ਉਹਨਾਂ ਨੂੰ ਬੰਦਗੀ ਦਾ ਰੰਗ ਲੱਗ ਗਿਆ, ਗਿਆਨ ਦੇ ਵਿੱਚ ਉਹਨਾਂ ਦਾ ਜੀਵਨ ਢਲਣਾ ਸ਼ੁਰੂ ਹੋ ਗਿਆ, ਅਧਿਆਤਮ ਦੇ ਉੱਚੇ ਅਭਿਆਸ ਨੂੰ ਉਹਨਾਂ ਕਮਾਉਣਾ ਸ਼ੁਰੂ ਕਰ ਦਿੱਤਾ। ਹੁਣ ਇਸ ਕਮਾਉਣ ਦੌਰਾਨ ਉਹਨਾਂ ਨੂੰ ਆਪਣੀ ਸੰਭਾਲ ਵੀ ਕਰਨੀ ਚਾਹੀਦੀ ਸੀ। ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਸਾਕਤ ਸੰਗ ਨਾ ਕੀਜੀਏ ਦੂਰ ਰਹਿ ਜਾਈਏ ਭਾਗ। ਇਸੇ ਤਰ੍ਹਾਂ ਜਦੋਂ ਅਸੀਂ ਜੀਵਨ ਦੇ ਵਿੱਚ ਕੋਈ ਸੰਤਤਾਈ ਕਮਾਉਂਦੇ ਹਾਂ, ਜਿਹੜੀ ਇਹ ਸਾਡੀ ਰੋਜ਼ਾਨਾ ਦਾ ਗੁਰੂ ਚਰਨਾਂ 'ਚ ਅਭਿਆਸ ਹੈ, ਇਹ ਸਾਡੇ ਸੰਤ ਹੋਣ ਵਾਲਾ ਹੀ ਹੈ। ਤਾਂ ਜਦੋਂ ਅਸੀਂ ਇਸ ਨੂੰ ਕਮਾਉਂਦੇ ਹਾਂ, ਇਹਦੀ ਕਮਾਈ ਨੂੰ ਸਾਨੂੰ ਸੰਭਾਲਣਾ ਵੀ ਸਾਡਾ ਫਰਜ਼ ਹੈ। ਜੇ ਅਸੀਂ ਨਹੀਂ ਸੰਭਾਲਦੇ ਤਾਂ ਫਿਰ ਰੋਜ਼ ਰੋਜ਼ ਸਿਲਸਿਲਾ ਘਟਦਾ ਜਾਏਗਾ। ਜਿੰਨੀ ਵੀ ਗਿਆਨ ਦੀ ਵਿਚਾਰ ਨੂੰ ਅਸੀਂ ਕਮਾਇਆ, ਉਹਨੂੰ ਖੁਦ ਵਾਚ ਕੇ ਆਪਣੇ ਜੀਵਨ ਦੇ ਕਰਮ 'ਚ ਪਲਟੀਏ। ਜਿੰਨਾ ਜ਼ਿਆਦਾ ਕਿਸੇ ਚੀਜ਼ ਦੇ ਕਰਮ 'ਚ ਵਿੱਚ ਪਲਟ ਲਵਾਂਗੇ, ਓਨਾ ਜ਼ਿਆਦਾ। ਜਿਵੇਂ ਬੱਚੇ ਸਾਇੰਸ ਦੇ ਵਿਸ਼ੇ ਪੜ੍ਹਦੇ ਨੇ, ਪੜ੍ਹਦੇ ਵੀ ਬੜੇ ਨੇ, ਪਰ ਉਹ ਅੱਧੇ ਨੰਬਰ ਉਹਦੇ ਜਿਹੜੇ ਪ੍ਰੈਕਟੀਕਲ ਵਰਕ ਦੇ ਹੁੰਦੇ ਨੇ। ਤਾਂ ਕਿ ਜਦੋਂ ਜਿਹੜਾ ਇਹਨੇ ਸਮੀਕਰਨ ਪੜ੍ਹਿਆ ਸਾਇੰਸ ਦਾ, ਮੈਥ ਦਾ, ਜਦੋਂ ਇਹ ਆਪਣੇ ਦੇਹ ਦੇ ਨਾਲ ਕਰ ਲਏਗਾ ਅਤੇ ਇਹਦੇ ਸਾਹਮਣੇ ਵਾਪਰੇਗਾ, ਉਹ ਅਨੁਭਵ ਜਦੋਂ ਇਹਦੇ ਅੰਦਰ ਪੈ ਗਿਆ, ਅਤੇ ਜੇ ਇਹਦੀ ਮੈਮਰੀ ਦੇ ਵਿੱਚੋਂ ਮੇਨ ਫਾਰਮੂਲਾ ਨਿਕਲ ਵੀ ਗਿਆ, ਅਤੇ ਇਹਦੇ ਸਾਹਮਣੇ ਜਿਹੜਾ ਬਣਿਆ ਹੋਇਆ ਦ੍ਰਿਸ਼ ਹੈ, ਉਹਨੇ ਇਹਨੂੰ ਇਹਦੇ ਗਿਆਨ ਤੋਂ ਖਾਲੀ ਨਹੀਂ ਹੋਣ ਦੇਣਾ। ਇਸ ਕਰਕੇ ਧਰਮ ਦੇ ਪ੍ਰਯੋਗੀ ਅਤੇ ਦੋਵੇਂ ਅਭਿਆਸ ਇਕੱਠੇ ਕਰਵਾਏ ਜਾਂਦੇ ਨੇ। ਉਹਦੇ ਵਿੱਚ ਇਹ ਥੋੜ੍ਹਾ ਅੱਜ ਉਹਦੀ ਵੀ ਇੱਕ ਛੋਟਾਪਨ ਹੈ ਕਿ ਉਹਨੂੰ ਅਸੀਂ ਅੰਕ ਤੱਕ ਸੀਮਿਤ ਕਰ ਲਿਆ। ਉਹਦਾ ਭਾਵ ਹੈ ਕਿ ਜਦੋਂ ਧਰਤੀ 'ਤੇ ਬੰਦਾ ਜੀਵੰਤ ਅਨੁਭਵ ਦੇਖਦਾ ਹੈ, ਅਤੇ ਉਸ ਅਨੁਭਵ ਦੇ ਨਾਲ ਜਿਹੜੀ ਉਹਦੀ ਕੁਦਰਤੀ ਜਾਂ ਮੌਲਿਕ ਸਮਝ ਬਣਦੀ ਹੈ, ਉਹ ਸਮਝ ਜੇ ਬਣ ਗਈ ਤਾਂ ਫਿਰ ਭਾਵੇਂ ਉਹਨੂੰ ਮੂਲ ਆਛਾ ਵਿਸਰ ਹੀ ਜਾਵੇ,
ਫਿਰ ਉਹਦਾ ਕੋਈ ਨੁਕਸਾਨ ਨਹੀਂ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਲਿਆਗਰ ਭੁਜੰਗਮ ਬੇਡਿਓ ਤਾਂ ਸੀਤਲਤਾ ਨਾ ਤਜੰਤ। ਇਸ ਕਰਕੇ ਜਿਹੜੀ ਅਸੀਂ ਸੰਤਤਾਈ ਕਮਾਉਂਦੇ ਹਾਂ ਉਹਦੀ ਸਾਨੂੰ ਸੁਰੱਖਿਅਤ ਕਰਨੀ ਚਾਹੀਦੀ ਹੈ। ਅਤੇ ਉਹਦੇ ਲਈ ਮੈਂ ਕਈ ਵਾਰੀ ਨੋਟ ਕਰਦਾ ਰਹਿੰਦਾ, ਮੈਂ ਨਿੱਜ ਕਹਿੰਦਾ ਨਹੀਂ ਕਿਸੇ ਨੂੰ, ਦੇਖੀਦਾ ਬੰਦਾ ਇੱਥੇ ਗਿਆਨ ਦੀ ਵਿਚਾਰ ਦੇ ਨਾਲ ਉਹਦੀ ਦੇਹ ਨਾਮ ਰਸ ਵਿੱਚ ਮਾੜੀ ਮੋਟੀ ਢਲੀ ਹੁੰਦੀ ਹੈ, ਉਹ ਬਾਹਰ ਨਿਕਲਦੇ ਹੀ ਆਪਣੀ ਨੀਚ ਥੋੜ੍ਹੀ ਨਿਮਨ ਪ੍ਰਕਾਰ ਦੀ ਚਰਚਾ ਸ਼ੁਰੂ ਕਰ ਲੈਂਦੇ ਨੇ। ਫਿਰ ਉੱਥੋਂ ਪਤਾ ਲੱਗਦਾ ਕਿ ਬੰਦੇ ਨਾਮ ਰਸ 'ਚ ਢਲੇ ਨਹੀਂ ਹੋਏ, ਇਹਨਾਂ ਨੇ ਲੋਕਾਚਾਰੀ ਪੂਰੀ ਕੀਤੀ ਹੈ। ਜੇ ਬੰਦਾ ਨਾਮ ਰਸ 'ਚ ਢਲਿਆ ਹੋਵੇ ਉਹਦਾ ਤਾਂ ਨਸ਼ਾ ਨਹੀਂ ਉਤਰਦਾ। ਸਾਡੇ ਨਾਲੋਂ ਤਾਂ ਇੱਕ ਆਮ ਨਿਕੰਮਾ ਨਸ਼ਾ ਕਰਨ ਵਾਲਾ ਬੰਦਾ ਚੰਗਾ ਹੈ। ਉਹ ਕਿਤੇ ਉਹਦੀ 100 ml ਮਾਤਰਾ ਵੀ ਪੀ ਲਵੇ ਅਤੇ ਸਾਰਾ ਦਿਨ ਉਹਦੇ ਕਦਮ ਨਹੀਂ ਟਿਕਦੇ ਸਹੀ ਤਰੀਕੇ ਨਾਲ, ਕਦੇ ਕਿਤੇ ਵੱਜਦਾ ਕਦੇ ਕਿਤੇ ਵੱਜਦਾ। ਅਸੀਂ ਘੰਟਾ 1.5 ਘੰਟਾ ਸੰਗਤ ਕੀਤੀ ਹੁੰਦੀ ਹੈ, ਉਹ ਦਹਲੀਜ਼ ਤੋਂ ਇੱਕ ਕਦਮ ਹੀ ਬਾਹਰ ਕਰੋ ਸਾਰਾ ਸੰਸਾਰ ਸਾਡੇ 'ਤੇ ਐਂ ਡਿੱਗਦਾ ਜਿਵੇਂ ਕੱਚੇ ਮਕਾਨ ਦੀ ਛੱਤ ਡਿੱਗਦੀ ਹੈ। ਇਸ ਕਰਕੇ ਉੱਥੋਂ ਪਤਾ ਲੱਗਦਾ ਕਿ ਅਸੀਂ ਉਸ ਅਭਿਆਸ ਵਿੱਚ ਢਲੇ ਨਹੀਂ ਹੋਏ, ਅਸੀਂ ਕੇਵਲ ਬਾਹਰੋਂ ਕਰਮ ਕੀਤਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਤਾਂ ਸੀਤਲਤਾ ਨਾ ਤਜੰਤ, ਉਹ ਜਿਵੇਂ ਸੀਤਲਤਾ ਨਹੀਂ ਛੱਡਦਾ। ਇਹਦਾ ਇੱਕ ਹੋਰ ਰਮਨ ਜਾਪ ਦੇ ਸਨਮੁਖ ਰੱਖਦੇ ਹਾਂ, ਮਲਿਆਗਰ ਭੁਜੰਗਮ ਬੇਡਿਓ। ਸੰਤ ਹਮੇਸ਼ਾ ਆਪਣੇ ਜੀਵਨ ਨੂੰ ਰੱਖਦਾ ਵੀ ਉੱਥੇ ਹੈ ਜਿੱਥੇ ਬਿਲਕੁਲ ਵਿਪਰੀਤ ਅਭਿਆਸ ਹੋਵੇ। ਆਪਣੇ ਜੀਵਨ ਨੂੰ ਇਸ ਕਰਕੇ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਜੋਗੀਆਂ ਨੂੰ ਕਿਹਾ ਨਾ ਕਿ ਤੁਸੀਂ ਆਮ ਜਗਤ 'ਚ ਕਿਉਂ ਨਹੀਂ ਜਾਂਦੇ, ਇਸ ਕਰਕੇ ਉਹ ਪੂਰਨ ਸੰਤ ਨਹੀਂ ਸਨ। ਇਸ ਕਰਕੇ ਅੱਜ ਵੀ ਕੋਈ ਇੱਕ ਸਾਡੇ ਪੰਥ ਦੇ ਵਿੱਚ ਸੰਤ ਵਰਗ ਬਣਦਾ ਜਾ ਰਿਹਾ। ਉਹਨੇ ਕੀ ਪੋਜੀਸ਼ਨਾਂ ਬਣਾ ਲਈਆਂ, ਮੈਂ ਤਾਂ ਗੱਲ ਕਰ ਰਿਹਾ ਕਿ ਵਰਤਮਾਨ 'ਚ ਇਹ ਚੀਜ਼ ਹੈਗੀ ਹੈ। ਉਹਨੇ ਕੀ ਪੋਜੀਸ਼ਨ ਬਣਾ ਲਈ ਹੈ ਕਿ ਸੰਤ ਦੇ ਨਿੱਜ ਕਮਰੇ ਦੇ ਅੰਦਰ ਆਮ ਬੰਦਾ ਦਾਖਲ ਨਹੀਂ ਹੋਏਗਾ, ਸੰਤ ਦੇ ਨਿਕਟ ਇਸਤਰੀ ਨਹੀਂ ਜਾਏਗੀ, ਸੰਤ ਆਮ ਕਰਕੇ ਕਿਸੇ ਨੂੰ ਨੇੜਿਓਂ ਨਹੀਂ ਮਿਲੇਗਾ। ਇਹ ਪੋਜੀਸ਼ਨਾਂ ਬਣੀਆਂ ਪੰਜਾਬ 'ਚ, ਤੁਸੀਂ ਦੇਖ ਸਕਦੇ ਹੋ। ਮੈਂ ਤਾਂ ਜਾਂਦਾ ਨਹੀਂ ਕਿਤੇ, ਮੈਂ ਸੁਣਦਾ ਰਹਿੰਦਾ ਕਿ ਜਿਹੜੇ ਸੰਤ ਨੇ ਇਸਤਰੀ ਨੂੰ, ਆਮ ਬੰਦੇ ਗ੍ਰਸਤੀ ਨੂੰ ਦੂਰ ਕਰ ਦਿੱਤਾ, ਉਹਦਾ ਸਭ ਤੋਂ ਖਤਰਨਾਕ ਸਮੱਸਿਆ ਕੀ ਆ ਗਈ ਹੈ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ, ਉਹਨਾਂ ਨੇ 4 ਚੀਜ਼ਾਂ ਨੂੰ ਸ਼ੀਸ਼ਿਆਂ ਨਾਲ ਫਿਕਸ ਕਰ ਦਿੱਤਾ ਹੈ। ਉਹਦੀ ਪਰਿਕਰਮਾ ਹੀ ਮੁਕਾਤੀ ਹੈ। ਧਰਤੀ 'ਤੇ ਤੁਹਾਨੂੰ ਆਲੇ ਦੁਆਲੇ ਦੇਖ ਲੈਣਾ, ਜਿੱਥੇ ਕਿਤੇ ਹੈਗਾ ਹੈ, ਬੜੇ ਥਾਵਾਂ 'ਤੇ ਹੈਗਾ ਹੈ, ਉਹਨਾਂ ਫਿਕਸ ਕਰ ਦਿੱਤਾ ਹੋਇਆ ਹੈ। ਜਿਹੜੀ ਹੈ ਕਿ ਗੁਰੂ ਮਹਾਰਾਜ ਦੀ ਜਿਹੜੀ ਪਵਿੱਤਰਤਾ ਹੈ, ਜਿਹੜੀ ਗੁਰੂ ਮਹਾਰਾਜ ਦੀ ਪਵਿੱਤਰਤਾ ਉਹਦੇ ਨਾਲ ਪਾਪੀ ਵੀ ਖਹਿ ਗਿਆ ਅਤੇ ਉਨੀ ਰਹਿਣੀ ਹੈ, ਉਹ ਘਟਣੀ ਨਹੀਂ ਹੈ। ਇਸ ਕਰਕੇ ਜਿਹੜਾ ਸੰਤ ਇੰਜ ਦਾ ਜੀਵਨ ਬਣਦਾ, ਜਿਹੜੇ ਸੰਤ ਦਾ ਜੀਵਨ ਕਲੋਜ਼ ਹੈ, ਪਹਿਲੀ ਗੱਲ ਸੰਤ ਆਪਣੀ ਹੋਂਦ ਨੂੰ ਕਿਸੇ ਥਾਂ 'ਤੇ ਕਲੋਜ਼ ਨਹੀਂ ਕਰਦਾ ਜੇ ਉਹ ਸਹੀ ਸੰਤ ਹੈ। ਜਿਹੜਾ ਡੇਰੇ ਦੇ ਵਿੱਚ ਇੱਕ ਖਾਸ ਕਮਰੇ ਦੇ ਵਿੱਚ ਆਪਣੇ ਆਪ ਨੂੰ ਕਲੋਜ਼ ਕਰਨ ਲੱਗ ਪਿਆ, ਸਿੱਧਾ ਸ਼ੱਕ ਕਰੋ ਕਿ ਪੂਰਨ ਸੰਤ ਨਹੀਂ ਹੈ। ਮੈਂ ਕਲੀਅਰ ਇਹ ਬਹੁਤ ਨੇੜਿਓਂ ਦੇਖਿਆ ਹੋਇਆ ਵਰਤਾਰਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੁਣ ਚੰਦਨ ਹੈ, ਚੰਦਨ ਨੇ ਕਦੀ ਆਪਣੀ ਸੇਫਨੈਸ ਨਹੀਂ ਪੈਦਾ ਕੀਤੀ ਕਿ ਭਾਈ ਮੈਨੂੰ ਸੱਪ ਲਿਪਟਣਗੇ ਆਣ ਕੇ। ਅਤੇ ਜਿਹੜੇ ਅਸੀਂ ਸੰਤ ਲਫ਼ਜ਼ ਅੱਜ ਜਿਨ੍ਹਾਂ ਦੇ ਨਾਂ ਨਾਲ ਲਗਾਉਂਦੇ ਹਾਂ, ਉਹਨਾਂ ਨੇ ਨਿਯਮ ਬਣਾਏ ਹੋਏ ਨੇ। ਉੱਥੋਂ ਸਮਝ ਆਉਂਦੀ ਹੈ ਕਿ ਭਾਈ ਤੁਸੀਂ ਫਿਰ, ਮੈਂ ਤਾਂ ਗੱਲ ਕਰ ਰਿਹਾ ਕਿ ਸ਼ਰਧਾ ਦੇ ਨਾਂ 'ਤੇ ਸਭ ਤੋਂ ਵੱਧ ਸ਼ੋਸ਼ਣ ਜਿਹੜਾ ਹੈ ਉਹ ਏਸ਼ੀਆ ਦੇ ਵਿੱਚ ਹੁੰਦਾ ਹੈ। ਅਤੇ ਜੇ ਤੁਹਾਡੀ ਸ਼ਰਧਾ ਦੇ ਵਿੱਚ ਗਿਆਨ ਨਾ ਹੋਇਆ ਤਾਂ ਸ਼ੋਸ਼ਣ ਹੁੰਦਾ ਹੀ ਰਹੇਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ, ਕਿਉਂਕਿ ਸਾਰਾ ਗਿਆਨ ਦੇਣਾ ਹੀ ਸ਼ਬਦ ਨੇ ਇਕੱਲੀ ਅਧਿਆਤਮਿਕਤਾ ਥੋੜ੍ਹਾ ਦੇਣੀ, ਸਾਨੂੰ ਸਾਰਾ ਕੁਝ ਦੇਣਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਤਾਂ ਸੀਤਲਤਾ ਨਾ ਤਜੰਤ। ਮੈਨੂੰ ਕਿਸੇ ਨੇ ਇੱਕ ਦਫਾ ਪੁੱਛਿਆ ਜੀ ਇਹਦਾ ਕਾਰਨ ਕੀ ਹੈ ਕਿ ਜਿਹੜੇ ਸੰਤ ਇਸਤਰੀ ਤੋਂ ਦੂਰ। ਮੈਂ ਕਿਹਾ ਜੀ ਇਹਨਾਂ ਦੇ ਅੰਦਰ ਦਾ ਜਿਹੜਾ ਇੰਦਰਿਆਵੀ ਜਬਤ ਹੈ ਉਹ ਸਹੀ ਤਰ੍ਹਾਂ ਕਮਾਇਆ ਨਹੀਂ ਹੋਇਆ, ਉਹਦੇ ਅੰਦਰ ਕਿਤੇ ਬਹੁਤ ਗਹਿਰੀ ਘਾਟ ਹੈ। ਅਤੇ ਜਦੋਂ ਉਸ ਤਰ੍ਹਾਂ ਦੇ ਸੰਪਰਕ ਵਿੱਚ ਆਉਣਗੇ ਇਹਨਾਂ ਦਾ ਜਬਤ ਡੋਲਣ ਦੀ ਸੰਭਾਵਨਾ ਹੈ। ਇਸ ਕਰਕੇ ਇਹਨਾਂ ਨੇ ਮਰਜ਼ਾਦਾ ਦਾ ਕੱਟੜਪੁਣਾ ਬਣਾ ਲਿਆ। ਅਸਲ 'ਚ ਆਪਣੀ ਜਿਹੜੀ, ਇਸ ਕਰਕੇ ਦੁਨੀਆ 'ਚ 3 ਨਾਵਲ ਲਿਖੇ ਗਏ ਨੇ ਇਸ ਚੀਜ਼ ਨੂੰ ਸਮਝਣ ਦੇ ਲਈ। ਇੱਕ ਹੈ ਲਿਓ ਟੋਲਸਟਾਏ ਦਾ ਫਾਦਰ ਸਰਗੀਅਸ ਨਾਵਲ, ਕਿ ਜਿਹੜੇ ਇਸ ਤਰ੍ਹਾਂ ਦੇ ਬੰਦੇ ਹਨ ਉਹ ਕੀ ਕਰਦੇ ਨੇ। ਇੰਝ ਹੀ ਇੱਕ ਨਾਵਲ ਹੈ ਦਾ ਭਗਵਤੀ ਚਰਨ ਵਰਮਾ ਦਾ ਚਿੱਤਰਲੇਖਾ, ਅਤੇ ਇੰਝ ਹੀ ਇੱਕ ਜੋਗਿੰਦਰ ਸਿੰਘ ਕੈਰੋਂ ਦਾ ਨਾਦਬਿੰਦ। ਇਹ 3 ਨਾਵਲ ਨੇ, ਉਹ ਦੱਸਦੇ ਨੇ ਸਾਨੂੰ ਕਿ ਜਿਹੜੇ ਸੰਤ ਇਸ ਤਰ੍ਹਾਂ ਦਾ ਜੀਵਨ ਬਣਾ ਦਿੰਦੇ ਨੇ ਆਮ ਸਮਾਜ ਤੋਂ ਦੂਰੀ ਵਾਲਾ, ਅਤੇ ਆਪਣੇ ਆਪ ਨੂੰ ਉੱਚਾ ਜਿਹਾ ਸਾਬਤ ਕਰਦੇ ਨੇ, ਉਹਦੇ ਅੰਦਰਲੇ ਕ੍ਰਾਈਸਿਸ ਕੀ ਹੁੰਦੇ ਨੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਤਾਂ ਸੀਤਲਤਾ ਨਾ ਤਜੰਤ। ਉਹਨਾਂ ਦੇ ਅੰਦਰ ਦਾ ਇੰਨਾ ਸਹਿਜ, ਇੰਨਾ ਧੀਰਜ ਹੁੰਦਾ ਹੈ ਕਿ ਦੂਜੇ ਦੀ ਦੇਹ ਦੂਜਾ ਦੇਖ ਕੇ ਨਿਹਾਲ ਹੋ ਜਾਂਦਾ ਉਹਨਾਂ ਨੂੰ। ਇਸ ਕਰਕੇ ਜਦੋਂ ਗੁਰਬਾਣੀ 'ਚ ਵਾਕ ਆਉਂਦੇ ਨੇ ਗੁਰੂ ਸਾਹਿਬਾਨਾਂ ਦੇ ਹਮ ਸੰਤਨ ਕੀ ਰੇਣ ਪਿਆਰੇ, ਤਾਂ ਉੱਥੋਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬਾਨਾਂ ਨੇ ਏਡੇ ਵੱਡੇ ਅਨੁਭਵੀ ਪੁਰਸ਼ਾਂ ਦੇ ਦਰਸ਼ਨ ਕੀਤੇ ਹੋਣਗੇ। ਜਿਵੇਂ ਅਸੀਂ ਸ਼ਾਮ ਦੀ ਲੜੀਵਾਰ ਕਥਾ ਜਿਹੜੇ ਸਰਵਣ ਕਰਦੇ ਉਹਨਾਂ ਨੂੰ ਜ਼ਿਆਦਾ ਪਤਾ ਹੋਏਗਾ ਕਿ ਜਿਨ੍ਹਾਂ ਨੇ ਭਾਈ ਪਾਰੋ ਜੁਲਕਾ ਜੀ ਦਾ ਜੀਵਨ ਸੁਣਿਆ, ਐਸੇ ਸੰਤਾਂ ਦਾ ਜੀਵਨ ਜਿਨ੍ਹਾਂ ਨੇ ਦੇਖਿਆ, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਵਰਗਿਆਂ ਨੇ, ਉਹਨਾਂ ਨੇ ਜਦੋਂ ਵਾਕ ਉਚਾਰੇ ਤਾਂ ਉੱਥੋਂ ਪਤਾ ਲੱਗਦਾ ਕਿ ਉਹ ਕਿੱਡੇ ਨੇ,
ਕਿ ਆਪ ਤਰੇ ਅਨੇਕਾਂ ਨੂੰ ਉਤਾਰ ਦਿੱਤਾ। ਇਸ ਕਰਕੇ ਜਿਹੜਾ ਜਿਵੇਂ ਚੰਦਨ ਸਾਰਿਆਂ ਨੂੰ ਠੰਡਕ ਦੇਈ ਜਾਂਦਾ, ਭਾਵੇਂ ਕੋਈ ਉਹਦੇ ਨਾਲ ਕਰੇ ਜਾਂ ਨਾ ਕਰੇ। ਇਸ ਕਰਕੇ ਜੇ ਕੋਈ ਸੰਤ ਦਾ ਨਿੰਦਕ ਪੈਦਾ ਹੋ ਜਾਏ ਤੇ ਸੰਤ ਉਸ ਨਿੰਦਕ ਤੋਂ ਘਬਰਾਉਂਦਾ ਨਹੀਂ। ਸੰਤ ਉਸ ਨਿੰਦਕ ਉਹਨੂੰ ਦੇਖਦਾ। ਇਸ ਕਰਕੇ ਮਹਾਤਮਾ ਬੁੱਧ ਦੇ ਨਾ ਜੀਵਨ 'ਚ ਇੱਕ ਬੜਾ ਪ੍ਰਮਾਣ ਮਿਲਦਾ ਹੈ। ਕਿਸੇ ਦਫਾ ਉਹ ਕਿਸੇ ਨਗਰ ਵਿੱਚ ਜਾ ਕੇ ਬੈਠੇ, ਸਾਰੇ ਨਗਰ ਨੇ ਉਹਨਾਂ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਆਨੰਦ ਕਹਿਣ ਲੱਗਾ ਜੀ ਜਲਦੀ ਚਲੀਏ। ਉਹਨਾਂ ਦਾ ਚਚੇਰਾ ਭਰਾ ਸੀ, ਕਹਿੰਦਾ ਜੀ ਜਲਦੀ ਚਲੀਏ, ਲੋਕ ਸਾਨੂੰ ਬਹੁਤ ਮੁਸ਼ਕਿਲ ਦੇ ਵਿੱਚ ਪਾ ਰਹੇ ਨੇ, ਆਪਾਂ ਇਸ ਨਗਰ 'ਚੋਂ ਨਿਕਲ ਜਾਈਏ। ਉਹ ਮਹਾਤਮਾ ਬੁੱਧ ਉੱਠੇ ਨਾ। ਉਹ ਘੰਟਾ ਬੀਤ ਗਿਆ, ਉਹ ਫਿਰ ਜ਼ੋਰ ਪਾਈ ਜਾਵੇ, ਉੱਠੇ ਨਾ। ਅਤੇ ਜਦੋਂ ਆਨੰਦ ਕਹਿਣ ਲੱਗਾ ਕਿ ਫਿਰ ਜਾਨ ਗਵਾਉਣੀ ਇੱਥੇ ਬਹਿ ਕੇ ਆਪਣੀ, ਕਹਿਣ ਲੱਗੇ ਨਹੀਂ। ਜਦੋਂ ਸਾਰਾ ਦਿਨ ਢਲ ਗਿਆ, ਸ਼ਾਮਾਂ ਨੂੰ ਇੱਕ ਜਗਿਆਸੂ ਆਇਆ। ਉਹ ਹੱਥ ਜੋੜ ਕੇ ਕਹਿਣ ਲੱਗਾ ਜੀ ਮੈਂ ਸੁਣਿਆ ਤੁਹਾਡੇ ਕੋਲੋਂ ਤੁਸੀਂ ਧਰਮ ਦਾ ਅਭਿਆਸ ਰੱਖਦੇ ਹੋ, ਬੜਾ ਗਿਆਨ ਹੈ, ਇੱਕ ਅੱਧਾ ਉਪਦੇਸ਼ ਮੈਨੂੰ ਵੀ ਦਿਓ। ਮਹਾਤਮਾ ਬੁੱਧ ਕਹਿਣ ਲੱਗੇ ਆਹ ਸਾਰੀ ਮੈਲ ਸੀ, ਪਰ ਇਸ ਸਾਰੀ ਮੈਲ ਦੇ ਵਿੱਚ ਆਹ ਅੰਮ੍ਰਿਤ ਵੀ ਪਿਆ ਹੋਇਆ ਸੀ। ਆਹ ਜਿਹੜਾ ਜਗਿਆਸੂ ਸਾਡੇ ਕੋਲ ਆਇਆ, ਅਤੇ ਜੇ ਅਸੀਂ ਇਹਨਾਂ ਦੇ ਬਾਹਰੀ ਰੌਲੇ ਗੌਲੇ ਤੋਂ ਭਰਮ ਕੇ ਇਹਨੂੰ ਛੱਡ ਜਾਂਦੇ ਤਾਂ ਫਿਰ ਇਹਨਾਂ 'ਤੇ ਆਪਣਾ ਕਰਮ ਪੂਰਾ ਕਰ ਹੀ ਲੈਣਾ ਸੀ ਕਿ ਰੌਲਾ ਪਾ ਕੇ ਭਜਾਤਾ। ਪਰ ਜਿਹੜੀ ਇੱਕ ਨੂੰ ਨਵਾਜ਼ਿਸ਼ ਕਰਨੀ ਸੀ, ਜਿਹੜਾ ਇੱਕ ਵਾਕਿਆ ਗਿਆਨ ਦਾ ਅਭਿਲਾਸ਼ੀ ਬੈਠਾ ਸੀ, ਉਹ ਕਰਮ ਰਿਜੈਕਟ ਹੋ ਜਾਣਾ ਸੀ ਅਤੇ ਅਸੀਂ ਜਿਹੜੇ ਸਹੀ ਪੁਰਖ ਬਣੇ ਬੁੱਧ ਪੁਰਖ ਹਾਂ, ਉਹਨਾਂ ਨੇ ਅਧੂਰੇ ਰਹਿ ਜਾਣਾ ਸੀ। ਇਸ ਕਰਕੇ ਸਾਨੂੰ ਇਹ ਖਿਆਲ ਰੱਖਣਾ ਚਾਹੀਦਾ ਤਾਂ ਸੀਤਲਤਾ ਨਾ ਤਜੰਤੋ ਛੱਡਦਾ ਨਹੀਂ ਹੈ। ਇਸ ਪ੍ਰਕਾਰ ਆਪਦੇ ਸਨਮੁਖ ਸ਼ਲੋਕ ਦੀ ਸ਼ਬਦ ਵਿਚਾਰ ਦਾ ਸਨਮੁਖ ਰੱਖਣ ਦਾ ਯਤਨ ਹੈ ਜੀ। ਅੱਜ ਆਪ ਜੀ ਜਿੱਥੇ ਗੁਰਬਾਣੀ ਦੀ ਵਿਚਾਰ ਦਾ ਲਾਹਾ ਪ੍ਰਾਪਤ ਕਰ ਰਹੇ ਹੋ, ਸਾਡੇ ਜੀਵਨ ਦਾ ਬੜਾ ਸੁਭਾਗ ਹੈ ਕਿ ਜਿਨ੍ਹਾਂ ਪੂਰਨ ਪੁਰਖਾਂ ਦੇ ਭਗਤ ਸਾਹਿਬਾਨਾਂ ਦੇ ਅਸੀਂ ਸ਼ਬਦ ਗਾਇਨ ਕਰਕੇ ਉਹਨਾਂ ਦੀ ਬਾਣੀ ਦੀ ਵਿਚਾਰ ਕਰਕੇ ਆਪਣੇ ਜੀਵਨ ਨੂੰ ਅਧਿਆਤਮਕ ਗਿਆਨਾਤਮਕ ਪ੍ਰੇਰਣਾ ਦੇ ਨਾਲ ਰੰਗਦੇ ਹਾਂ। ਐਸੇ ਭਗਤ ਸਾਹਿਬਾਨ ਭਗਤ ਨਾਮਦੇਵ ਜੀ, ਜਿਨ੍ਹਾਂ ਦਾ 750 ਸਾਲਾ ਆਗਮਨ ਪੁਰਬ ਅਸੀਂ ਮਨਾ ਰਹੇ ਹਾਂ। ਦੇਖੋ ਕਿੱਡਾ ਵੱਡਾ ਸੁਭਾਗ ਹੈ ਸਾਡੀ ਜ਼ਿੰਦਗੀ ਦਾ ਕਿ ਕਿਸੇ ਮਹਾਂਪੁਰਖ ਦਾ ਜਿਹੜਾ ਹੈ 7.5 ਸਦੀਆਂ ਪਹਿਲਾਂ ਜਿਹੜੀ ਧਰਤੀ ਨੂੰ ਨਵਾਜ਼ਿਸ਼ ਹੋਈ, ਉਸ ਧਰਤੀ ਦਾ ਜਿਹੜਾ ਉਸ ਪੁਰਖ ਦੁਆਰਾ ਗਿਆਨ ਪ੍ਰਗਟ ਹੋਇਆ, ਉਹਨੂੰ ਅਸੀਂ ਅੱਜ 7.5 ਸਦੀਆਂ ਹੋ ਗਏ ਨੇ ਮਾਣਦਿਆਂ ਨੂੰ। ਐਸੇ ਭਗਤ ਸਾਹਿਬਾਨ ਭਗਤ ਨਾਮਦੇਵ ਜੀ ਦਾ ਆਗਮਨ ਮਹਾਰਾਸ਼ਟਰ ਪ੍ਰਾਂਤ ਦੇ ਵਿੱਚ ਸਤਾਰਾ ਜ਼ਿਲ੍ਹਾ ਪਿੰਡ ਨਰਸੀ ਬਮਨੀ ਵਿਖੇ ਭਗਤ ਨਾਮਦੇਵ ਜੀ ਦਾ ਆਗਮਨ ਕੱਤਕ ਸੁਦੀ ਇਕਾਦਸ਼ੀ ਭਾਵ ਕਿ ਨਵੰਬਰ ਦੇ ਮਹੀਨੇ 1270 ਈਸਵੀ ਨੂੰ ਭਗਤ ਨਾਮਦੇਵ ਸਾਹਿਬ ਜੀ ਦਾ ਆਗਮਨ ਪਿਤਾ ਕਾਮ ਸ਼ੈਟੀ ਸ਼ੀਪੇ ਦੇ ਘਰ ਮਾਤਾ ਗੋਨਾ ਬਾਈ ਜੀ ਦੀ ਕੁੱਖੋਂ ਹੋਇਆ। ਭਗਤ ਨਾਮਦੇਵ ਜੀ ਦਾ ਆਗਮਨ 5 ਨੇੜੇ ਵੱਧਵਲ ਪਿੰਡ ਸੀ, ਉੱਥੇ ਕੇਸ਼ੀ ਰਾਮ ਦਾ ਮੰਦਿਰ ਸੀ। ਭਗਤ ਨਾਮਦੇਵ ਸਾਹਿਬ ਜੀ ਦੇ ਪਿਤਾ ਜੀ ਉੱਥੇ ਪੂਜਾ ਕਰਦੇ ਸਨ। ਉਹਨਾਂ ਨੂੰ ਬਚਪਨ ਤੋਂ ਐਸੇ ਸੰਸਕਾਰ ਮਿਲੇ। ਥੋੜ੍ਹੇ ਸਮੇਂ ਬਾਅਦ ਉਹਨਾਂ ਦਾ ਜਿਹੜਾ ਮਿਲਾਪ ਸੀ ਵਿਸ਼ੋਭਾ ਭਾਵੇ ਖੇਚਰ ਦੇ ਨਾਲ ਹੋਇਆ, ਜਿਨ੍ਹਾਂ ਤੋਂ ਉਹਨਾਂ ਨੇ ਅਧਿਆਤਮਕ ਦਾ ਪਹਿਲਾ ਉਪਦੇਸ਼ ਗ੍ਰਹਿਣ ਕੀਤਾ। ਫਿਰ ਜੀਵਨ ਦੇ ਵਿੱਚ ਲੰਗਤ ਲੱਗਦੀ ਗਈ। ਪਰ ਉਹਨਾਂ ਦਾ ਅੱਗੇ ਜਾ ਕੇ ਵਿਆਹ ਇਸੇ ਤਰ੍ਹਾਂ ਭਗਤ ਨਾਮਦੇਵ ਜੀ ਦਾ ਵਿਆਹ ਜਿਹੜਾ ਹੈ ਗੋਬਿੰਦ ਬਾਈ ਦੇ ਨਾਲ ਹੋਇਆ। ਉਹਨਾਂ ਦੇ 4 ਪੁੱਤਰ ਗੋਬਿੰਦ, ਨਾਰਾਇਣ, ਮਹਾਦੇਵ ਅਤੇ ਬੀਠਲ, ਅਤੇ ਇੱਕ ਪੁੱਤਰੀ ਲਿੰਬਾ ਬਾਈ ਦਾ ਜਨਮ ਹੋਇਆ। ਆਪਣੇ ਘਰ-ਬਾਰ ਦੀ ਕਿਰਤ ਕਰਦਿਆਂ ਸਮਾਂ ਪਾ ਕੇ ਗ੍ਰਹਿ ਤਿਆਗ ਕਰਕੇ ਤੀਰਥਾਂ ਦਾ ਭ੍ਰਮਣ ਕਰਦੇ ਰਹੇ। ਅਤੇ ਉਹਨਾਂ ਦਾ ਇੱਕ ਚੇਲਾ ਸੀ ਗਿਆਨੇਸ਼ਵਰ, ਉਹਦੇ ਸੰਪਰਕ ਵਿੱਚ ਬੜਾ ਸਮਾਂ ਰਹੇ। ਉਹਦੇ ਤੋਂ ਅਧਿਆਤਮ ਦਾ ਬੜਾ ਜੀਵਨ ਜਾਣਿਆ ਅਤੇ ਸਾਰਾ ਜੀਵਨ ਭਗਤੀ ਦੇ ਮਰਕਜ਼ ਨੂੰ ਪ੍ਰਾਪਤ ਕਰਕੇ ਸੰਸਾਰ ਦਾ ਕਲਿਆਣ ਕੀਤਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਤਰਗਤ ਭਗਤ ਨਾਮਦੇਵ ਜੀ ਦੇ 18 ਰਾਗਾਂ ਅੰਦਰ 61 ਸ਼ਬਦ ਦਰਜ ਹਨ। ਇੱਕ ਸ਼ਬਦ ਅਸੀਂ ਅਕਸਰ ਪੜ੍ਹਦੇ ਹਾਂ, ਮੈਂ ਅੰਦੁਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰ। ਇਸ ਕਰਕੇ ਜਦ ਅਸੀਂ ਭਗਤ ਨਾਮਦੇਵ ਜੀ ਦੀ ਬਾਣੀ ਨੂੰ ਪੜ੍ਹੀਏ ਅਤੇ ਪਰਮਾਤਮਾ ਦੀ ਵਿਆਪਕਤਾ ਬਾਰੇ ਆਖਦੇ ਹਨ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪਰਮੇਸ਼ਰ ਦੀ ਵਿਆਪਕਤਾ ਬਾਰੇ ਆਖਦੇ ਹਨ, ਸੂਤ ਏਕ ਮਨ ਸਤ ਸੰਸਜੈ ਤੇ ਉਸ ਪੋਤ ਪ੍ਰਭ ਸੋਈ। ਇੰਝ ਹੀ ਭਗਤੀ ਕਰਮ ਬਾਰੇ ਆਖਦੇ ਹਨ, ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ। ਕਿ ਉਂਝ ਸਾਡੀਆਂ ਕੁੱਲਾਂ ਸ਼ੀਪਾ, ਜੁਲਾਹਾ, ਚਮਾਰ, ਇਹ ਕੁੱਲਾਂ ਬੜੀਆਂ ਛੋਟੀਆਂ ਨੇ। ਭਗਤ ਨਾਮਦੇਵ ਜੀ ਕਹਿੰਦੇ ਪਰ ਪਰਮੇਸ਼ਰ ਦੀ ਬੰਦਗੀ ਕਰਕੇ ਗੁਰੂ ਅਰਜਨ ਸਾਹਿਬ ਆਖਦੇ ਹਨ, ਆਡ ਦਾਮ ਕੋ ਸ਼ੀਪਰੋ ਹੋਇਓ ਲਾ ਖੀਣਾ। ਇੰਝ ਹੀ ਆਪਣੀ ਬਾਣੀ ਦੇ ਵਿੱਚ ਭਗਤ ਨਾਮਦੇਵ ਸਾਹਿਬ ਜੀ ਫਰਮਾਉਂਦੇ ਹਨ, ਮੋਕੋ ਤੂੰ ਨਾ ਵਿਸਾਰ ਤੂੰ ਨਾ ਵਿਸਾਰੇ
ਰਾਮ ਮਈਆ ਔਰ ਕਿੱਡੀ ਵੱਡੀ ਪਰਮੇਸ਼ਰ ਨੇ ਕੀਰਤੀ ਪ੍ਰਗਟ ਕੀਤੀ ਕਿ ਮੰਦਰ ਦਾ ਮੁੱਖ ਘੁਮਾ ਕੇ ਅੱਜ ਵੀ ਪੰਡਰਪੁਰ ਦੇ ਵਿੱਚ ਮੰਦਰ ਦੀ ਹਾਲਤ ਉਵੇਂ ਹੀ ਹੈ। ਮੈਂ ਤਾਂ ਗਿਆ ਨਹੀਂ, ਬੜੇ ਸੱਜਣ ਗਏ, ਦੱਸਿਆ ਉਹਨਾਂ ਨੇ ਕਿ ਉਸੇ ਤਰ੍ਹਾਂ ਹੀ ਅੱਜ ਵੀ ਉਸ ਹਾਲਤ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾਂ ਕੋ ਦੇਹਰਾ ਫਿਰੈ। ਇਸ ਕਰਕੇ ਭਗਤ ਨਾਮਦੇਵ ਜੀ ਦੇ ਬੇਅੰਤ ਸ਼ਬਦ ਅਸੀਂ ਬਾਣੀ ਦੇ ਵਿੱਚ ਪੜ੍ਹਦੇ ਹਾਂ। ਸਾਨੂੰ ਉਹਨਾਂ ਦੀ ਬਾਣੀ ਦੇ ਇਸ ਅਭਿਆਸ ਨਾਲ ਜੁੜ ਕੇ ਫਿਰ ਉਹ ਬਾਣੀ 'ਚ ਵਾਕ ਆਉਂਦਾ ਹੈ ਕਿ ਹਿੰਦੂ ਪੂਜੈ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜੇ ਦੇਹੁਰਾ ਨਾ ਮਸੀਤ। ਬਾਣੀ ਦੇ ਵਿੱਚ ਉਹਨਾਂ ਨੇ ਇੱਕ ਉੱਚ ਆਦਰਸ਼ ਦੀ ਨੈਤਿਕਤਾ ਵੀ ਸਿਖਾਈ ਹੈ, ਜਿਹੜੀ ਅੱਜ ਦੇ ਸਮੇਂ ਦੇ ਵਿੱਚ, ਕਿਉਂਕਿ ਚਲੋ ਵਿਚਾਰ ਵਸੀਹ ਹੋ ਜਾਏਗੀ, ਉਹਦੇ ਵਿੱਚ ਇੱਕ ਨੁਕਤਾ ਹੁੰਦਾ, ਘਰ ਕੀ ਨਾਰ ਤਿਆਗੈ ਅੰਧਾ ਪਰ ਨਾਰੀ ਸਿਉ ਘਾਲੈ ਧੰਦਾ। ਇਸ ਕਰਕੇ ਉਹ ਸਾਰਾ ਸਾਨੂੰ ਭਗਤ ਨਾਮਦੇਵ ਜੀ ਦੀ ਬਾਣੀ ਦੇ ਵਿੱਚ 61 ਸ਼ਬਦ ਨੇ ਉਹਨਾਂ ਦੇ। ਦੇਖੋ 7.5 ਸਦੀਆਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ, ਉਹਨਾਂ ਦਾ ਭਗਤ ਨਾਮਦੇਵ ਜੀ ਨੇ 18 ਸਾਲ ਪੰਜਾਬ ਦੇ ਵਿੱਚ ਬਿਤਾਏ। ਘੁਮਾਣ ਨਗਰ ਵਿਖੇ ਭਗਤ ਨਾਮਦੇਵ ਜੀ ਆਏ, ਇੱਥੇ ਰਹਿੰਦਿਆਂ ਉਹਨਾਂ ਨੇ ਫਿਰ ਭਗਤ ਨਾਮਦੇਵ ਜੀ ਨੇ ਆਪਣੇ ਜੀਵਨ ਦੀ ਸਭ ਤੋਂ ਵੱਡੀ ਅਧਿਆਤਮਿਕ ਜਿਹੜੀ ਸਮੱਸਿਆ ਉਹਦਾ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ। ਆਲਾ ਤੇ ਨਿਵਾਰਣਾ ਜਮ ਕਾਰਣਾ, ਕਿ ਮਾਇਆ ਦੇ ਜੰਮ ਦੀ ਮਾਰ ਤੋਂ ਕਿਵੇਂ ਛੁੱਟਾਂ, ਫਿਰ ਪੁੱਛਦੇ ਹਨ, ਉਹਦੇ ਵਿੱਚ ਜ਼ਿਕਰ ਆਉਂਦਾ ਤੂੰ ਕੁਨ ਰੇ ਮੈਂ ਜੀ ਨਾਮਾ, ਕਿ ਅਸਲ 'ਚ ਭਰਮ ਆਏ ਤੁਮ ਚੇ ਦੁਆਰਾ, ਕਿ ਆ ਮਾਇਆ ਨੇ ਭਰਮ ਪਾ ਦਿੱਤਾ ਹੈ। ਇਸ ਕਰਕੇ ਸਾਰੀ ਗੱਲ ਅਰਜ਼ ਕਰਨ ਦਾ ਭਾਵ ਕਿ ਅਸੀਂ ਭਗਤ ਸਾਹਿਬਾਨਾਂ ਦੀ ਬਾਣੀ ਦੇ ਪੁਰਬ ਨਾਲ ਜੁੜੀਏ, ਥੋੜ੍ਹਾ ਆਪਣੇ ਦਿਨ ਦਿਹਾੜਿਆਂ ਨੂੰ ਮਨਾਉਣ ਦਾ ਕੋਈ ਪੈਟਰਨ ਬਣਾਉਣਾ ਸ਼ੁਰੂ ਕਰੀਏ, ਨਹੀਂ ਤਾਂ ਬੜੀਆਂ ਹੀ ਗੱਲਾਂ ਇੰਝ ਲੰਘਦੀਆਂ ਜਾ ਰਹੀਆਂ ਨੇ। ਹੁਣ ਕਿੰਨਿਆਂ ਕੁ ਨੂੰ ਪਤਾ ਹੋਏਗਾ ਕਿ 61 ਸ਼ਬਦ ਨੇ, ਉਹਨਾਂ ਦਾ 61 ਸ਼ਬਦਾਂ ਦਾ ਘੱਟੋ ਘੱਟ ਅੱਜ ਬੰਦਾ ਪਾਠ ਹੀ ਕਰ ਲੇ, ਉਹਦੀ ਅਰਥ ਵਿਚਾਰ ਕਰ ਲਏ ਕਿ ਗੱਲ ਕੀ ਹੈ। ਕਿਸੇ ਮਹਾਂਪੁਰਸ਼ ਨੇ ਧਰਤੀ 'ਤੇ ਐਡੀ ਵੱਡੀ ਬਖਸ਼ਿਸ਼ ਲਿਆਂਦੀ ਹੈ, ਸਾਨੂੰ ਉਹਦਾ ਕੋਈ ਅਹਿਸਾਸ ਨਹੀਂ ਹੈ, ਕੋਈ ਅਹਿਸਾਸ ਨਹੀਂ, ਕਿਸੇ ਰੂਪ ਦੇ ਵਿੱਚ ਵੀ ਨਹੀਂ ਹੈ। ਮੈਂ ਕੁਝ ਦਿਨ ਪਹਿਲਾਂ ਸੂਚਨਾ ਲਿਖ ਦਿੱਤੀ ਸੀ ਤਾਂ ਕਿ ਥੋੜ੍ਹਾ ਖਿਆਲ, ਕਿਸੇ ਦਾ ਖਿਆਲ ਬਣੇ। 8 ਦਿਨਾਂ ਦੇ ਵਿੱਚ ਕਿਸੇ ਦਾ ਇੱਕ ਖਿਆਲ ਮੇਰੇ ਨਾਲ ਸਾਂਝਾ ਨਹੀਂ ਹੋਇਆ। ਉਹਦਾ ਪਤਾ ਲੱਗਦਾ ਕਿ ਅਸੀਂ ਵੱਡੀਆਂ ਬਖਸ਼ਿਸ਼ਾਂ ਨੂੰ ਜਾਣਦੇ ਹੀ ਨਹੀਂ, ਅਸੀਂ ਤਾਂ ਆਪਣੇ ਨਿੱਜ ਦੀਆਂ ਕੰਮਾਂ ਨੂੰ ਮਹੱਤਵ ਜ਼ਿਆਦਾ ਦਿੰਦੇ ਹਾਂ ਕਿ ਸਾਡਾ ਕੋਈ ਕਾਰਜ ਹੋਵੇ ਅਸੀਂ ਪੂਰੇ ਮਹੱਲੇ 'ਚ ਚਰਚਾ ਕਰਦੇ ਹਾਂ। ਅਤੇ ਸਾਨੂੰ ਗਿਆਨ ਦੀ ਬਖਸ਼ਿਸ਼ ਗੁਰੂ ਨੇ ਪ੍ਰਾਪਤ ਕੀਤੀ, ਉਹਦਾ ਅਸੀਂ ਕੀ ਕਹਿ ਸਕਦੇ ਹਾਂ ਕਿ ਬੜਾ ਨਿਮਨ ਜਿਹਾ ਅਹਿਸਾਸ। ਇਸ ਕਰਕੇ ਨਹੀਂ ਕੁਝ ਬਹੁਤਾ ਕਰਨਾ ਤਾਂ ਸਾਨੂੰ ਭਗਤ ਸਾਹਿਬਾਨਾਂ ਦੀ ਬਾਣੀ ਨਾਲ ਜੁੜ ਕੇ ਉਹਨਾਂ ਨੇ ਕਿਵੇਂ ਕਿਵੇਂ ਜੀਵਨ ਦੇ ਵਿੱਚ ਅਧਿਆਤਮਿਕ ਗਿਆਨ ਬੰਦਗੀ ਦੀ ਕਮਾਈ ਕੀਤੀ, ਉਹਦੀ ਪ੍ਰੇਰਣਾ ਗ੍ਰਹਿਣ ਕਰਕੇ ਆਪਣੇ ਜੀਵਨ 'ਚ ਵਸਾ ਕੇ ਅਤੇ ਆਪਣੇ ਜੀਵਨ ਦਾ ਕਲਿਆਣ ਕਰਨਾ ਚਾਹੀਦਾ। ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਵਿੱਚ ਜ਼ਿਕਰ ਆਉਂਦਾ, ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ। ਜੀਵਨ ਦੀ ਭਗਤੀ ਦੀ ਸੌਖੀ ਜੁਗਤ ਦੱਸਦੇ ਹਨ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਸਾਰੇ ਕੰਮ ਕਰੋ ਪਰ ਚਿੱਤ ਪਰਮੇਸ਼ਰ ਵੱਲ ਰੱਖੋ। ਇਹੀ ਸਾਡੇ ਜੀਵਨ ਦੀ ਸਾਧਨਾ ਹੈ। ਭਗਤ ਕਬੀਰ ਸਾਹਿਬ ਜੀ, ਭਗਤ ਨਾਮਦੇਵ ਸਾਹਿਬ ਜੀ ਕਿਰਪਾ ਕਰਨ, ਉਹਨਾਂ ਦੇ ਜੀਵਨ ਦੇ ਉੱਚ ਗਿਆਨ ਦਾ ਭਾਵ ਅਧਿਆਤਮਿਕ ਸਾਧਨਾ ਦੀ ਪ੍ਰੇਰਣਾ ਸਾਡੇ ਸਾਰਿਆਂ ਦੇ ਜੀਵਨ ਦੀ ਕਾਰ ਬਣ ਜਾਏ ਜੀ, ਸਾਡਾ ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਆਪ ਸਭ ਜੀ ਨੂੰ ਭਗਤ ਨਾਮਦੇਵ ਜੀ ਦੇ 750 ਸਾਲਾ ਆਗਮਨ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਸਤਿਗੁਰੂ ਕਿਰਪਾ ਕਰਨ, ਭਗਤ ਸਾਹਿਬਾਨਾਂ ਵਰਗੀ ਜੀਵਨ ਸਾਧਨਾ, ਅਧਿਆਤਮਿਕ ਸਾਧਨਾ ਸਾਡੇ ਸਾਰਿਆਂ ਦੀ ਬਣ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਪਾਵਨ ਸ਼ਬਦ ਵਿਚਾਰ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।